ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉਗੇ ਸਿਆਸੀ ਮਾਹਿਰ ਪ੍ਰੋਫੈਸਰ ਮੁਹੰਮਦ ਖਾਲਿਦ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਰਹੇਗਾ ਯੂਨੀਫਾਰਮ ਸਿਵਲ ਕੋਡ। ਸਾਂਝਾ ਸਿਵਲ ਕੋਡ ਨੂੰ ਲੈ ਕੇ ਜੋ ਕੁਝ ਪ੍ਰਧਾਨ ਮੰਤਰੀ ਸਾਹਿਬ ਦਾਅਵਾ ਕਰ ਰਹੇ ਨੇ ਤੇ ਜੋ ਕੁਝ ਵੱਖ-ਵੱਖ ਵਿਰੋਧੀ ਧਿਰਾਂ ਜਾਂ ਲੋਕਾਂ ਦੇ ਵਿੱਚ ਆਮ ਚਰਚਾ, ਜਿਨ੍ਹਾਂ ਨੂੰ ਨਹੀਂ ਪਤਾ ਕਿ ਇਸ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਕੀ ਟਾਰਗੇਟ ਕੀਤਾ ਜਾ ਰਿਹਾ ਜਾਂ ਫਿਰ ਹਿੰਦੂ ਭਾਈਚਾਰੇ ਦਾ ਕੀ ਨੁਕਸਾਨ ਹੋ ਸਕਦਾ ਹੈ ਜਾਂ ਵੱਖੋ ਵੱਖਰੀਆਂ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਸੱਭਿਆਚਾਰ ਨੂੰ ਕਿਵੇਂ ਸੱਟ ਵੱਜ ਸਕਦੀ ਹੈ, ਇਹਦੇ ਉੱਤੇ ਲਗਾਤਾਰ ਚਰਚਾ ਚੱਲ ਰਹੀ ਹੈ। ਅਸੀਂ ਵੀ ਇਸ ਉੱਤੇ ਗੱਲਬਾਤ ਨੂੰ ਅੱਗੇ ਵਧਾਵਾਂਗੇ। ਵੱਖੋ ਵੱਖਰੇ ਸਵਾਲ ਨੇ, ਉਸ ਉੱਤੇ ਚਰਚਾ ਕਰਾਂਗੇ। ਮੁੱਢ ਦੇ ਵਿੱਚ ਅਪੀਲ ਹੈ ਕਿ ਤੁਸੀਂ ਇਸ ਚਰਚਾ ਨੂੰ ਚੱਲਦੇ ਚੱਲਦੇ ਲਾਈਕ, ਸ਼ੇਅਰ ਤੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਅਖੀਰ ਦੇ ਵਿੱਚ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਹਾਂਜੀ, ਮਿਹਰਬਾਨੀ ਜੀ। ਪ੍ਰੋਫੈਸਰ ਸਾਹਿਬ, ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਕਿ UCC ਜਿਹੜਾ ਆ ਯੂਨੀਫਾਰਮ ਸਿਵਲ ਕੋਡ, ਉਹਦੀ ਅਜਿਹੀ ਕਿਹੜੀ ਲੋੜ ਪੈ ਗਈ ਕਿ ਹੁਣ ਉਹਨੂੰ ਲਾਗੂ ਕੀਤੇ ਜਾਣ ਨੂੰ ਲੈ ਕੇ ਬੀਜੇਪੀ ਪੱਬਾਂ ਪਾ ਰਿਹਾ। ਮੈਂ ਪੜ੍ਹ ਰਿਹਾ ਸੀ ਕਿ ਵਾਜਪਾਈ ਸਾਹਿਬ ਦੀ ਸਰਕਾਰ ਵੇਲੇ ਵੀ ਇੱਕ ਵਾਰੀ ਇਸ ਕਿਸਮ ਦੀ ਕੋਸ਼ਿਸ਼ ਹੋਈ ਸੀ, ਪਰ ਮੁੜ ਕੇ ਇਹਦਾ ਕਾਫੀ ਵਿਰੋਧ ਹੋਇਆ। ਪਰ ਹੁਣ ਜਦੋਂ ਸਰਕਾਰ ਇਸ ਪਾਸੇ ਗੱਲ ਕਰ ਰਹੀ ਆ ਤਾਂ ਵੱਖ-ਵੱਖ ਫਿਰਕਿਆਂ ਦੇ ਵਿੱਚ ਚਰਚਾ ਚੱਲ ਰਹੀ ਹੈ। ਹਾਲਾਂਕਿ ਬਹੁਤ ਗਿਣਤੀ ਜਾਂ ਹਿੰਦੂ ਭਾਈਚਾਰੇ ਦੇ ਵਿੱਚ ਇਹਨੂੰ ਕਿਸੇ ਜਸ਼ਨ ਤੋਂ ਘੱਟ ਨਹੀਂ ਮਨਾਇਆ ਜਾ ਰਿਹਾ। ਕੁਝ ਇੱਕ ਰਿਪੋਰਟਾਂ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਨੇ ਜਿਹੜੇ ਇਸ ਤਰ੍ਹਾਂ ਦੀ ਬਿਰਤੀ ਰੱਖਦੇ ਨੇ ਕਿ ਅਸੀਂ ਸਿਰਫ ਜੋ ਕੁਝ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਜਾਂ ਇੱਕ ਦੇਸ਼ ਇੱਕ ਕਾਨੂੰਨ ਦੇ ਹੱਕ ਵਿੱਚ ਨੇ। ਤੁਸੀਂ ਇਹ ਸਭ ਨੂੰ ਕਿਸ ਤਰ੍ਹਾਂ ਸਮਝਦੇ ਹੋ ਕਿ ਭਾਈਚਾਰਿਆਂ ਦੇ ਵਿੱਚ ਕੀ ਵੰਡ ਪਾਉਣ ਵਾਲੀ ਗੱਲ ਹੈ ਜਾਂ ਫਿਰ ਇਹਦਾ ਮਕਸਦ ਕੀ ਹੈ, ਕਿ ਇਹਦੀ ਲੋੜ ਹੈ ਜਾਂ ਨਹੀਂ ਹੈ? ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਗੱਲ ਤੇ ਕਿ ਇੱਕ ਬਹੁਤ ਇੰਪੋਰਟੈਂਟ ਵਿਸ਼ਾ ਤੁਸੀਂ ਚੁਣਿਆ ਅੱਜ ਦੀ ਡਿਸਕਸ਼ਨ ਦਾ। ਜਿਸ ਵੇਲੇ ਤੁਸੀਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦੇ ਹੋ, ਯਾਨੀ ਕਿ ਸਾਰਿਆਂ ਵਾਸਤੇ ਸੇਮ ਸਿਵਲ ਲਾਅ, ਤਾਂ ਇਹਦੇ ਪਿਛੋਕੜ ਦੇ ਵਿੱਚ ਆਉਂਦਾ ਹੈ ਮੁਸਲਿਮ ਪਰਸਨਲ ਲਾਅ, ਜਿਹਦੀ ਵਜ੍ਹਾ ਕਰਕੇ ਇਹ ਹੋ ਰਿਹਾ ਹੈ। ਮੁਸਲਿਮ ਪਰਸਨਲ ਲਾਅ ਜਿਹੜਾ ਹੈਗਾ, ਇਹਦੀ ਸ਼ੁਰੂਆਤ 1937 ਦੇ ਵਿੱਚ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ, ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ, ਉਹਦੀ ਅਸੈਂਬਲੀ ਨੇ ਪਹਿਲੀ ਵਾਰ ਮੁਸਲਿਮ ਪਰਸਨਲ ਲਾਅ ਜਿਹੜਾ ਸੀਗਾ 1937 ਦਾ ਉਹ ਪਾਸ ਕੀਤਾ ਸੀਗਾ। ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਉਹਨੂੰ ਅਡਾਪਟ ਕਰ ਲਿਆ ਔਰ ਜਿਸ ਵੇਲੇ ਦੇਸ਼ ਆਜ਼ਾਦ ਹੋਇਆ ਤਾਂ ਮੁਸਲਿਮ ਪਰਸਨਲ ਲਾਅ ਕੰਟੀਨਿਊ ਰਿਹਾ। ਮੁਸਲਿਮ ਪਰਸਨਲ ਲਾਅ ਹੈ ਕਿਆ? ਮੁਸਲਿਮ ਪਰਸਨਲ ਲਾਅ ਇਹ ਹੈਗਾ ਕਿ ਤੁਹਾਡੀ ਮੈਰਿਜ, ਡਾਈਵੋਰਸ ਤੇ ਪ੍ਰੋਪਰਟੀ ਦਾ ਬਟਵਾਰਾ ਕਿਵੇਂ ਹੋਏਗਾ, ਉਹ ਸਾਡਾ ਇੱਕ ਪਰਸਨਲ ਕੋਡ ਹੈ, ਉਹਦੇ ਮੁਤਾਬਕ ਹੋਏਗਾ। ਔਰ ਜੋ ਪਰਸਨਲ ਕੋਡ ਹੈ ਸਾਡਾ ਮੁਸਲਮਾਨਾਂ ਦਾ, ਉਹ ਬੇਸਡ ਹੈ ਕੁਰਾਨ ਦੇ ਉੱਪਰ ਤੇ ਹਦੀਸ ਦੇ ਉੱਪਰ, ਜਿਹੜਾ ਕਿ ਇਸਲਾਮਿਕ ਫਿਕਾ ਹੈ, ਇਸਲਾਮਿਕ ਲਾਅ ਹੈ, ਉਹਦੇ ਉੱਪਰ ਬੇਸਡ ਹੈ। ਇਹਦੇ ਮੁਤਾਬਕ ਕੁਰਾਨ ਦੇ ਵਿੱਚ ਕਲੀਅਰਲੀ ਮੈਂਸ਼ਨਡ ਹੈ ਕਿ ਕਿਸ ਵਿਅਕਤੀ ਨੂੰ ਕਿੰਨਾ ਹਿੱਸਾ ਮਿਲੇਗਾ ਪ੍ਰਾਪਰਟੀ ਦਾ, ਵਿਰਾਸਤ ਦਾ। ਬੇਟੀ ਨੂੰ ਕਿੰਨਾ ਮਿਲੇਗਾ, ਬੇਟੇ ਨੂੰ ਕਿੰਨਾ ਮਿਲੇਗਾ, ਮਾਂ-ਬਾਪ ਨੂੰ ਕਿੰਨਾ ਮਿਲੇਗਾ, ਹਰ ਰਿਸ਼ਤੇ ਨੂੰ ਪੂਰਾ ਕਲੀਅਰ ਹੈ। ਉਹਦੇ ਮੁਤਾਬਕ ਮੁਸਲਮਾਨ ਜਿਹੜੇ ਹੈਗੇ, ਜਿਨ੍ਹਾਂ ਕੋਲ ਪ੍ਰਾਪਰਟੀ ਹੈ, ਜਿਨ੍ਹਾਂ ਕੋਲ ਪ੍ਰਾਪਰਟੀ ਆਪਣੇ ਮਰਨ ਤੋਂ ਬਾਅਦ ਡਿਸਟ੍ਰੀਬਿਊਟ ਕਰਨ ਜੋਗੀ ਹੈ, ਤਾਂ ਉਹ ਡਿਸਟ੍ਰੀਬਿਊਟ ਕਰਦੇ। ਇਸੇ ਤਰੀਕੇ ਦੇ ਨਾਲ ਮੈਰਿਜ ਹੈ ਤੇ ਡਾਈਵੋਰਸ ਦੇ ਜਿਹੜੇ ਲਾਜ਼ ਹੈ ਉਹ ਇਹਦੇ ਅੰਡਰ ਆਉਂਦੇ। ਅਗਰ ਇਹ ਇਸ ਕਰਕੇ ਕੰਟੀਨਿਊ ਰੱਖਾ ਸੀਗਾ ਕਿਉਂਕਿ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟ ਦੇ ਵਿੱਚ ਜਿਹੜੀ ਰਿਲੀਜੀਅਸ ਫਰੀडम ਹੈ ਆਰਟੀਕਲ 25, ਉਹ ਰਿਲੀਜੀਅਸ ਫਰੀडम ਦੇ ਵਿੱਚ ਇਹ ਸੀਗਾ ਕਿ ਹਰ ਕਮਿਊਨਿਟੀ ਨੂੰ ਆਪਣੇ ਰਿਲੀਜਨ ਦੇ ਮੁਤਾਬਕ ਆਪਣੇ ਪਰਸਨਲ ਜਿਹੜੀ ਲਾਈਫ ਹੈ ਉਹਨੂੰ ਬਤੀਤ ਕਰਨ ਦਾ ਪੂਰਾ ਅਧਿਕਾਰ ਹੋਏਗਾ, ਔਰ ਉਹ ਚੱਲਦਾ ਰਿਹਾ। ਲੇਕਿਨ ਜਦ ਤੋਂ ਇਹ ਸਰਕਾਰ ਸੱਤਾ ਦੇ ਵਿੱਚ ਆਈ ਹੈ, ਇਹਨਾਂ ਨੇ ਕੀ ਕੀਤਾ ਕਿ ਹਿੰਦੂ ਵੋਟ ਬੈਂਕ ਨੂੰ ਇਕੱਠਾ ਕਰਨ ਵਾਸਤੇ, ਦੇਖੋ ਮੁਸਲਮਾਨਾਂ ਨੂੰ ਅਸੀਂ ਆ ਵੀ ਕਰ ਰਹੇ ਹਾਂ, ਆ ਵੀ ਕਰ ਰਹੇ ਹਾਂ, ਆ ਵੀ ਕਰ ਰਹੇ ਹਾਂ, ਅਸਲੀ ਹੁਣ ਸਾਡੀ ਸਰਕਾਰ ਆਈ ਹੈ, ਉਸ ਚੀਜ਼ ਨੂੰ ਪ੍ਰੋੜਤਾ ਦੇਣ ਵਾਸਤੇ ਔਰ ਉਸ ਵੋਟ ਬੈਂਕ ਨੂੰ ਇਕੱਠਾ ਕਰਨ ਵਾਸਤੇ ਮੁਸਲਮਾਨਾਂ ਦੀ ਹਰ ਜਿਹੜੀ ਰੀਤੀ ਰਿਵਾਜ ਹੈ ਉਹਨੂੰ ਪਹਿਲਾਂ ਤਾਂ ਡੈਮੋਨਾਈਜ਼ ਕੀਤਾ ਜਾਂਦਾ ਵੀ ਇਹ 'ਚ ਆਹ ਬੁਰਾਈ ਹੈ, ਚਾਹ ਬੁਰਾਈ ਹੈ, ਚਾਹ ਬੁਰਾਈ ਹੈ। ਜਿਵੇਂ ਕਿ ਅੱਜ ਕੱਲ੍ਹ ਚੱਲ ਰਿਹਾ ਕਿ ਜੀ ਜਿਹੜੀ ਬਕਰੀਦ ਤੇ ਬੱਕਰੇ ਕੁਰਬਾਨੀ ਕੀਤੇ ਜਾਂਦੇ ਆ, ਇਹਦੇ 'ਚ ਇਹ ਬੁਰਾਈ ਹੈ, ਐਨੀਮਲ ਰਾਈਟਸ ਦਾ ਹਨਨ ਹੈ ਜੀ, ਫਲਾਣਾ। ਯਾਨੀ ਹਰ ਮੁਸਲਿਮ ਪ੍ਰੈਕਟਿਸ ਨੂੰ ਪਹਿਲਾਂ ਤਾਂ ਤੁਸੀਂ ਕੰਡੈਮ ਕਰੋ, ਡੈਮੋਨਾਈਜ਼ ਕਰੋ, ਉਸ ਤੋਂ ਬਾਅਦ ਕੋਈ ਨਾ ਕੋਈ ਕੋਰਟ ਕੇਸ ਕਰਵਾ ਦਿਓ, ਅਦਾਲਤਾਂ ਤੋਂ ਫੈਸਲੇ ਲੈ ਲਓ ਔਰ ਲਾ ਬਣਾ ਕੇ ਚੇਂਜ ਕਰ ਦਿਓ
ट्रिपल तलाक का मामला तुसी ले लो, चाहे तुसी होर जिन्ने भी कानून मुसलमानां दे बारे बनाए गए हैं रीसेंट दिनां दे विच, उन्हां दा पिछोकड़ है। ਜਿਹੜੀ बीजेपी है जिहदा कि इस वेले सरकार है और मेजोरिटी है, इन्हां दा शुरू तो ही 3-4 बड़े इंपॉर्टेंट मुद्दे रहे हैं कि ਅਸੀਂ जद भी सत्ता च आवांगे ਅਸੀਂ करांगे। एक तो राम मंदिर का मुद्दा सीगा, एक आर्टिकल 370 का सीगा, और तीसरा सीगा यूनीफॉर्म सिविल कोड। ਜਿਹੜੇ ਸਾਡੇ डायरेक्टिव प्रिंसिपल्स हैं संविधान ਦੇ ਵਿੱਚ, ਉਹਦੇ ਵਿੱਚ ਇੱਕ जगह आर्टिकल 44 है, वो कहता है कि सरकार कोशिश करेगी कि यूनीफॉर्म सिविल कोड लागू किया जाए। सरकार कोशिश करेगी। सुप्रीम कोर्ट ने कई बार कहा भी है गल, लेकिन जिवें तुसीं कहा है कि कई बार कोशिश की गई है कि यूनीफॉर्म सिविल कोड लिया जाए। जिहड़ियां माइनॉरिटीज हैं, खास तौर पर मुस्लिम जिहड़ी लार्जेस्ट माइनॉरिटी है, वो ये सोचती है कि अगर यूनीफॉर्म सिविल कोड हुंदा है, समझ लो एक तरह हिंदू कोड ही होएगा। ਅਸੀਂ ਜਿਹੜਾ ਹੈਗਾ उस चीज ਨੂੰ एक्सेप्ट करने वास्ते तैयार नहीं है। और यही चीज ਜਿਹੜੀ ਹੈਗੀ ਹੈ पार्टीशन तो ਪਹਿਲਾਂ भी ਇਹ ਵਾਰ डिस्कस हो ਸੀਗੀ कि इस तरह का लॉ ਜਿਹੜਾ ਹੈਗਾ, क्योंकि मेजोरिटी ਦਾ व्यू ਉਹਦੇ ਵਿੱਚ ਜ਼ਿਆਦਾ शामिल ਹੋਊਗਾ, ਇਸ ਕਰਕੇ ਜਿਹੜੇ ਮਾਈਨॉरिटी ਦੇ ਕਾਨੂੰਨ ਹੈ ਜਾਂ ਮਾਈਨॉरिटी ਦੇ ਜਿਹੜੇ ਫਰੀडम्स ਹੈਗੀਆਂ ਉਹਨਾਂ ਨੂੰ ਕਰਟੇਲ ਕੀਤਾ ਜਾਏਗਾ। यूनिफॉर्म सिविल कोड ਦਾ ਮਤਲਬ ਇਹ ਹੈਗਾ कि हर कम्युनिटी, चाहे को रिलीजियस कम्युनिटी है, चाहे कास्ट कम्युनिटी है, चाहे वो ट्राइबल्स हैं, सारे वास्ते सेम कानून सिविल कानून होएगा। ये बारे पहला कोशिश हुई क्योंकि इन्ना गुंझलदार मामला सीगा कि उन्होंने छड्ड दिता गया। उसके बाद लॉ कमीशन नूं रैफर होया 2016 दे विच। उन्होंने भी ये गल कही कि ये चीज फीजिबल नहीं है, प्रैक्टिकल नहीं है, क्योंकि परसनल लॉज जिहड़े हैगे हर कम्युनिटी दे, बहुत कम्युनिटी दे अलग अलग है। ईवन हिंदूज दे विच डिफरेंट परसनल लॉ जिहड़े हैगे वो फॉलो किए जाते। जिस वेले हिंदू कोड बिल आया है आज़ादी के बाद, नेहरू लेके आया सीगा, उहदी रज के अपोजिशन इन्हां लोकां ने ही कीती सीगी जिहड़े अज सत्ता दे विच कि तुसी ਉਹ ਇਹਨਾਂ ਦਾ ਤਰਕ ਇਹ ਹੈਗਾ कि जे हिंदू कोड बिल है तो यूनीफॉर्म सिविल कोड बना दिता जाना चाहिए। हालांकि जे हिंदू कोड बिल है तो मुस्लिम पर्सनल लॉ भी है। इसे तरीके दे नाल सिख रहत मर्यादा के मुताबिक जिहड़ा भी मैरिज, डाइवोर्स, प्रॉपर्टी के जिहड़े भी मसले हैगे वो सारे समझ लो मर्ज हो जाएंगे यूनीफॉर्म सिविल कोड दे विच। या तुसी होर जिहड़े जिवें कि गोवा च है, गोवा दे विच डिफरेंट कम्युनिटीज हैं, उन्हां दे अलग अलग कोड्स हैगे पर्सनल, वो सारे विच मर्ज हो जाएंगे। मुस्लिम्स दे विच भी शिया डिफरेंट फिका फॉलो करते हैं, सुन्नी डिफरेंट फॉलो करते हैं, देवबंदी डिफरेंट फॉलो करते हैं, जिहड़े बरेलवी हैं डिफरेंट फॉलो करते हैं मैथड्स, वो सारे मर्ज हो जाएंगे। ਇਹਦਾ मतलब है तुसी ਇੱਕੋ ਹੀ ਸੋਟੀ ਦੇ ਨਾਲ ਸਾਰਿਆਂ ਨੂੰ ਹੱਕਣ ਦੀ ਤਿਆਰੀ ਕਰ ਰਹੇ ਹੋ, ਜਿਹੜਾ कि पॉसिबल नहीं है। इस करके पॉसिबल नहीं है क्योंकि हर व्यक्ति ਨੂੰ अपने पर्सनल लॉज बहुत अजीज हैं, बहुत प्यारे हैं, ਉਹਦੇ ਮੁਤਾਬਕ ਉਹ ਆਪਣੇ ਆਪ ਨੂੰ ਚੱਲਣਾ ਚਾਹੁੰਦੇ ਹੋ। ਸੰਵਿਧਾਨ ਇਹਦੀ ਗਾਰੰਟੀ ਦਿੰਦਾ ਹੈ। ਸੰਵਿਧਾਨ ਕਲੀਅਰਲੀ ਕਹਿੰਦਾ ਹੈ ਕਿ ਰਿਲੀਜੀਅਸ ਫਰੀडम ਜਿਹੜੇ ਹੈਗੀਆਂ, ਤੁਸੀਂ ਆਪਣੇ ਕਲਚਰ ਨੂੰ, ਆਪਣੇ ਸੱਭਿਆਚਾਰ ਨੂੰ, ਆਪਣੀ ਬੋਲੀ ਨੂੰ, ਆਪਣੇ ਰਿਲੀਜਨ ਨੂੰ इंडिपेंडेंटली प्रफुल्लित कर सकते हो, ਉਹਦੇ ਉੱਪਰ कोई इंपोजिशन नहीं होएगी। लेकिन ये सरकार की कर रही है, बिना कम्युनिटीज ਨੂੰ कॉन्फिडेंस ਦੇ ਵਿੱਚ ਲੈਤੇ ਉਹਨਾਂ ਨੂੰ ऑन बोर्ड ਲਿਆ ਕੇ ਧੱਕੇ ਦੇ ਨਾਲ अपनी मेजोरिटी और अपना ਜਿਹੜਾ वोट बैंक है ਉਹਨੂੰ मेजोरिटी वोट बैंक ਨੂੰ ਪੱਕਾ ਕਰਨ ਵਾਸਤੇ ਉਹ ਇਹ ਸਾਰੇ ਕੰਮ ਕਰ ਰਹੀ ਹੈ। ਉਸ ਸੰਦਰਭ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਜਿਹੜਾ पिछले 2-4 दिनों तो ये बारे डिस्कशन हुई है और मोदी ने यह गल कही है कि जी ईजिप्ट दे विच 90 साल पहला खत्म हो गया सीगा ट्रिपल तलाक। इक्को घर दे विच दो कानून किवें हो सकते हैं, इक्को नेशन दो कानूनां नाल किवें चल सकती है। सारा कंट्री जिहड़ा हैगा वो एक संविधान के मुताबिक चलता है और संविधान दे विच ही रिलीजियस फ्रीडम्स है। ਤਾਂ ਕਿਵੇਂ ਹੋ ਸਕਦਾ ਹੈ ਕਿ ਰਿਲੀਜੀਅਸ ਫਰੀडम ਜਿਹੜੇ ਸੰਵਿਧਾਨ ਦਾ ਪਾਰਟ ਹੈ, ਤੁਸੀਂ ਉਹਨੂੰ ਉਹ ਅੱਖੋਂ ਓਲੇ ਕਰਕੇ ਤੁਸੀਂ ਇੱਕ ਇਸ ਤਰ੍ਹਾਂ ਦਾ ਕਾਨੂੰਨ ਲਿਆਉਣਾ ਚਾਹੁੰਦੇ ਹੋ ਜਿਹੜਾ ਕਿ ਹਰ ਕਮਿਊਨਿਟੀ, ਹਰ ਰਿਲੀਜਨ, ਹਰ ਕਾਸਟ, ਹਰ ਕਰੀਡ, ਹਰ ਜਿਹੜੇ ਟ੍ਰਾਈਬਲਸ ਹੈ ਸਾਰਿਆਂ ਦੇ ਉੱਪਰ ਲਾਗੂ ਹੋਏਗਾ। ਉਹਦੇ ਨਾਲ
ਜ਼ਿਆਦਾ ਕਨਫਿਊਜ਼ਨ, ਜ਼ਿਆਦਾ ਕਿਓਸ ਕ੍ਰੀਏਟ ਹੋਏਗਾ, ਰਾਦਰ ਦੈਨ ਤੁਸੀਂ ਇਹ ਕਹੋ ਕਿ ਸਮੂਥ ਸੇਲਿੰਗ ਹੋ ਜਾਏਗੀ। ਜੀ ਵੈਸੇ ਇਹਦੇ ਵਿੱਚ ਸੰਵਿਧਾਨ ਦੇ ਆਰਟੀਕਲ 44 ਦਾ ਹਵਾਲਾ ਦਿੱਤਾ ਜਾਂਦਾ ਹੈ, ਉਸ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ? ਜਿਵੇਂ ਤੁਸੀਂ ਕਿਹਾ ਕਿ ਸੰਵਿਧਾਨ ਵੱਖ-ਵੱਖ ਫਿਰਕਿਆਂ ਨੂੰ ਆਜ਼ਾਦੀ ਦਿੰਦਾ, ਰਾਈਟ ਟੂ ਐਜੂਕੇਸ਼ਨ ਜਾਂ ਰਾਈਟ ਟੂ ਫਰੀडम, ਜੋ ਵੀ ਜਿੰਨੇ ਵੀ ਅਧਿਕਾਰ ਮਿਲਦੇ ਨੇ ਉਹਦੇ ਵਿੱਚ ਆਪੋ ਆਪਣੇ ਧਰਮ ਦੇ ਵਿੱਚ ਰਹਿ ਕੇ ਉਹਦੀ ਪਾਲਣਾ ਕਰਨ ਦੀ ਹਦਾਇਤ ਹੁੰਦੀ ਹੈ। ਤਾਂ ਆਰਟੀਕਲ 44 ਦਾ ਹਵਾਲਾ ਦੇ ਕੇ ਜਦੋਂ ਇਹਦੀ ਗੱਲ ਹੁੰਦੀ ਹੈ ਜਾਂ ਮਾਣਯੋਗ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਜਾਂਦਾ ਕਿ ਉਹ ਵੀ ਕਹਿ ਰਹੇ ਨੇ ਕਿ ਇਹ ਲਾਗੂ ਹੋਣਾ ਚਾਹੀਦਾ ਭਾਰਤ ਦੇ ਵਿੱਚ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਕਿਆ ਸੁਪਰੀਮ ਕੋਰਟ ਨੇ ਅੱਜ ਤੱਕ ਜਿੰਨੇ ਵੀ ਐਡਵਾਈਜ਼ਸ ਕੀਤੀਆਂ 1952 ਤੋਂ ਬਾਅਦ ਜਦ ਸੁਪਰੀਮ ਕੋਰਟ ਬਣਿਆ, ਕਿਆ ਸਾਰੇ ਲਾਗੂ ਹੋ ਗਏ? ਨੰਬਰ 1। ਨੰਬਰ 2, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਜਿਹਦੇ ਵਿੱਚ ਆਰਟੀਕਲ 44 ਆਉਂਦਾ ਹੈ, ਉਹਦੇ ਵਿੱਚ ਹੋਰ ਵੀ ਬਹੁਤ ਕੁਝ ਕਿਹਾ ਗਿਆ, ਕਿਆ ਸਾਰਾ ਕੁਝ ਲਾਗੂ ਹੋ ਗਿਆ? ਕਿਆ ਤੁਸੀਂ ਮਤਲਬ ਹੈ ਸਿਰਫ ਇੱਕੋ ਹੀ ਆਰਟੀਕਲ ਨੂੰ ਜਿਹੜਾ ਹੈਗਾ ਉਹ ਹਮੇਸ਼ਾ ਅੱਗੇ ਲਿਆ ਕੇ ਗੱਲ ਕਰਨਾ ਚਾਹੁੰਦੇ ਆ ਕਿਉਂਕਿ ਪਾਰਟਿਕੂਲਰ ਕਮਿਊਨਿਟੀ ਨੂੰ ਤੁਸੀਂ ਟਾਰਗੇਟ ਕਰ ਸਕਦੇ ਹੋ, ਉਹਦੇ ਨਾਲ ਤੁਹਾਡਾ ਵੋਟ ਬੈਂਕ ਮਜ਼ਬੂਤ ਹੋ ਸਕਦਾ ਹੈ, ਤੁਸੀਂ ਇਲੈਕਸ਼ਨ ਜਿੱਤ ਸਕਦੇ ਹੋ ਵਗੈਰਾ ਵਗੈਰਾ। ਜਿਹੜਾ ਕਿ ਪਿਛਲੇ ਆਪਾਂ 2013 ਤੋਂ ਲੈ ਕੇ ਜੋ ਖੇਲ ਇੱਥੇ ਹੋ ਰਿਹਾ ਹੈ ਇੰਡੀਆ ਦੇ ਵਿੱਚ, ਉਹ ਉਸ ਚੀਜ਼ ਨੂੰ ਜੇ ਆਪਾਂ ਮੱਦੇ ਨਜ਼ਰ ਰੱਖੀਏ, ਮੁਸਲਮਾਨਾਂ ਦੀ ਔਰ ਮੁਸਲਮਾਨਾਂ ਦੀ ਜਿਹੜੀ ਲੀਡਰਸ਼ਿਪ ਹੈ, ਸਪੈਸ਼ਲੀ ਜਿਹੜਾ ਮੁਸਲਿਮ ਪਰਸਨਲ ਲਾ ਬੋਰਡ ਹੈ, ਜਿਹੜਾ ਕਿ ਇਹ ਕੋਈ ਇਲੈਕਟਿਡ ਬੋਰਡ ਨਹੀਂ ਹੈ, ਲੇਕਿਨ ਉਹ ਰਿਪਰੈਜ਼ੈਂਟ ਕਰਦਾ ਹੈ ਡਿਫਰੈਂਟ ਕਿਸਮ ਦੀਆਂ ਜਿਹੜੀਆਂ ਜਮਾਤਾਂ ਹੈਗੀਆਂ, ਜਿਵੇਂ ਕਿ ਜਮੀਅਤੁਲ ਉਲਮਾ ਹਿੰਦ ਵਗੈਰਾ ਹੈਗੀਆਂ, ਉਹਨਾਂ ਸਾਰਿਆਂ ਨੂੰ ਰਿਪਰੈਜ਼ੈਂਟ ਕਰਦਾ। ਉਹਨਾਂ ਨੇ ਕਲੀਅਰਲੀ ਕਹਿਤਾ ਕਿ ਨਾ ਫੀਜ਼ੀਬਲ ਹੈ ਨਾ ਇਹ ਸੰਵਿਧਾਨਕ ਹੈਗਾ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ। ਇਸ ਕਰਕੇ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਉਹ ਇੱਕ ਪੋਲੀਟੀਕਲੀ ਮੋਟੀਵੇਟਡ ਮੁੱਦਾ ਤਾਂ ਹੋ ਸਕਦਾ ਹੈ, ਲੇਕਿਨ ਸੰਵਿਧਾਨ ਦੇ ਮੁਤਾਬਕ ਜਾਂ ਸਾਡੇ ਦੇਸ਼ ਦੇ ਵਿੱਚ ਕਮਿਊਨਿਟੀਜ਼ ਨੂੰ ਉਹ ਫਰੀडम ਜਿਹੜੀਆਂ ਕਿ ਸੰਵਿਧਾਨ ਗਰੰਟੀ ਕਰਦਾ ਹੈ, ਉਹਨਾਂ ਨੂੰ ਲੈ ਕੇ ਜੇ ਦੇਖਿਆ ਜਾਵੇ ਔਰ ਇਹ ਉਹਦੀ ਅਵੇਲਨਾ ਹੋਗੀ, ਉਹਦੀ ਉਲੰਘਣਾ ਹੋਗੀ, ਔਰ ਪੋਲੀਟੀਕਲੀ ਉਹਦਾ ਫਾਇਦਾ ਹੋ ਸਕਦਾ ਹੈ, ਲੇਕਿਨ ਕਨਸਟੀਟਿਊਸ਼ਨਲੀ ਉਹਦਾ ਨੁਕਸਾਨ ਹੋਏਗਾ, ਔਰ ਜਿਹੜਾ ਭਾਈਚਾਰਾ ਹੈ ਉਹਦਾ ਵੀ ਨੁਕਸਾਨ ਹੋਏਗਾ। ਇਸੇ ਕਰਕੇ ਬਹੁਤ ਸਾਰੀਆਂ ਕਮਿਊਨਿਟੀਜ਼ ਐਸੀਆਂ ਹੈਗੀਆਂ ਜਿਹੜੀਆਂ ਕਹਿੰਦੀਆਂ ਕਿ ਸਾਨੂੰ ਯੂਨੀਫਾਰਮ ਸਿਵਲ ਕੋਡ ਦੀ ਜ਼ਰੂਰਤ ਨਹੀਂ ਹੈ। ਹਰ ਵਿਅਕਤੀ, ਔਰ ਫਿਰ ਇੱਕ ਹੋਰ ਗੱਲ ਹੈ, ਅਗਰ ਮੁਸਲਮਾਨ ਆਪਣੇ ਫੈਸਲੇ ਆਪਣੇ ਕੋਡ ਦੇ ਮੁਤਾਬਕ ਕਰਨਾ ਚਾਹੁੰਦਾ ਹੈ ਤਾਂ ਉਹਦੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਤਾਂ ਹੈ ਨਹੀਂ, ਕਿਸੇ ਨੂੰ ਕੋਈ ਨੁਕਸਾਨ ਨਹੀਂ ਹੈ ਇਹਦਾ। ਕਮਿਊਨਿਟੀ ਆਪਣੇ ਫੈਸਲੇ ਖੁਦ ਕਰਨਾ ਚਾਹੁੰਦੀ ਹੈ, ਖਾਸ ਤੌਰ ਪਰ ਜਿਹੜੇ ਬਿਲਕੁਲ ਪਰਸਨਲ ਹੈ, ਜਿਹਨੂੰ ਆਪਾਂ ਪਰਸਨਲ ਲਾਅ ਕਹਿੰਦੇ ਆ, ਤਾਂ ਉਹਦੇ ਵਿੱਚ ਹਿੰਦੂਆਂ ਨੂੰ ਤਾਂ ਕਦੇ ਕੁਝ ਨਹੀਂ ਮਿਲੇਗਾ। ਹਾਂ ਇੰਨਾ ਜ਼ਰੂਰ ਹੈ, ਆਪਣੀ ਮੈਜੋਰਟੀ ਦੀ ਵਜ੍ਹਾ ਕਰਕੇ ਉਹ ਇਹ ਖੁਸ਼ੀ ਮਹਿਸੂਸ ਜ਼ਰੂਰ ਕਰ ਸਕਦਾ ਹੈ ਵੀ ਦੇਖ ਇੱਕ ਲਾਠੀ ਇਹਨਾਂ ਦੇ ਸਿਰ 'ਚ ਹੋਰ ਮਾਰਤੀ, ਵੀ ਪਹਿਲਾਂ ਅਸੀਂ ਟ੍ਰਿਪਲ ਤਲਾਕ ਦਾ ਕੀਤਾ ਸੀਗਾ, ਹੁਣ ਯੂਨੀਫਾਰਮ ਸਿਵਲ ਕੋਡ ਦਾ ਵੀ ਕਰਤਾ। ਇਹ ਇੱਕ ਤਰ੍ਹਾਂ ਜਿੱਤ ਜਿਹੜੀ ਹੈਗੀ ਹੈ ਉਹ ਹਿੰਦੂਤਵ ਦੀ ਜਿੱਤ, ਬੀਜੇਪੀ ਦੀ ਆਈਡੀਓਲੋਜੀ ਦੀ ਜਿੱਤ ਦੇ ਵਿੱਚ ਤਾਂ ਦੇਖਿਆ ਜਾ ਸਕਦਾ ਹੈ, ਲੇਕਿਨ ਅਗਰ ਆਪਾਂ ਕਹੀਏ ਕਿ ਇੱਕ ਸਮਨਵੈ ਜਾਂ ਇੱਕ ਵਧੀਆ ਕੋਆਰਡੀਨੇਸ਼ਨ ਦੇ ਨਾਲ ਚੱਲਣ ਵਾਲੀ ਸੁਸਾਇਟੀ ਬਣੇਗੀ, ਉਹ ਇਹ ਚੀਜ਼ ਪੋਸੀਬਲ ਨਹੀਂ ਹੈ, ਬਲਕਿ ਇਹਦੇ ਨਾਲ ਮੁਸਲਮਾਨਾਂ ਦੇ ਵਿੱਚ ਹੋਰ ਜ਼ਿਆਦਾ ਰੋਹ ਪੈਦਾ ਹੋਏਗਾ ਕਿ ਸਾਡੀਆਂ ਜਿਹੜੀਆਂ ਪਰਸਨਲ ਫਰੀडम्स ਹੈ, ਸੰਵਿਧਾਨ ਸਾਡੇ ਨੂੰ ਲੈ ਕੇ, ਰਿਲੀਜਨ ਨੂੰ ਲੈ ਕੇ, ਉਹ ਸਾਤੋਂ ਖੋਤੀਆਂ ਜਾ ਰਹੀਆਂ। ਇਹਦਾ ਇਹ ਬਹੁਤ ਵੱਡਾ ਨੁਕਸਾਨ ਹੋਏਗਾ, ਔਰ ਹੋਰ ਜ਼ਿਆਦਾ ਮੁਸਲਮਾਨਾਂ ਦੀ ਆਈਸੋਲੇਸ਼ਨ ਹੋਊਗੀ, ਏਲੀਏਨੇਸ਼ਨ ਹੋਊਗੀ ਸੁਸਾਇਟੀ ਤੋਂ ਦੇਸ਼ ਦੇ ਵਿੱਚ। ਪ੍ਰੋਫੈਸਰ, ਜਦੋਂ ਇਹ ਕਿਹਾ ਟ੍ਰਿਪਲ ਤਲਾਕ ਦੀ ਗੱਲ ਤੁਸੀਂ ਕੀਤੀ ਹੈ, ਕੀ ਇਹਨੂੰ ਮੁਸਲਿਮ ਭਾਈਚਾਰੇ ਵੱਲੋਂ ਉਸ ਤਰੀਕੇ ਨਾਲ ਅਪਣਾ ਲਿਆ ਗਿਆ? ਕਿਉਂਕਿ ਉਦੋਂ ਵੀ ਬੜਾ ਰੌਲਾ ਰੱਪਾ ਪਿਆ ਸੀ ਕਿ ਇਹਦੀ ਲੋੜ ਕੀ ਹੈ, ਜਿਵੇਂ ਸੀਏ ਦੀ ਗੱਲ ਆਈ ਸੀ ਉਦੋਂ ਰੌਲਾ ਰੱਪਾ ਪਿਆ, ਸਰਕਾਰ ਨੇ ਬੈਕਅਪ ਕੀਤਾ, ਪਰ ਕਹਿੰਦੇ ਅੰਦਰ ਖਾਤੇ ਇਹਨੂੰ ਜਿਹੜਾ ਲਾਗੂ ਕਰਨ ਦੇ ਲਈ ਉਸ ਕਿਸਮ ਦੀ ਚਾਰਾਜੋਈ ਜਾਂ ਉਸ ਕਿਸਮ ਦੇ ਜੋ ਵੀ ਇਹਨਾਂ ਵੱਲੋਂ ਹੱਥ ਕੰਡੇ ਵਰਤੇ ਜਾ ਰਹੇ ਨੇ ਲਗਾਤਾਰ, ਉਹ ਸਾਰਾ ਕੁਝ ਹੋ ਰਿਹਾ। ਜਦੋਂ ਅਸੀਂ ਟ੍ਰਿਪਲ ਤਲਾਕ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਕਿਹਾ ਜਾਂਦਾ ਕਿ ਜੀ ਅੰਦਰ ਜਿਹੜਾ ਮੁਸਲਿਮ ਭਾਈਚਾਰੇ ਦੇ ਵੱਖ-ਵੱਖ ਫਿਰਕਿਆਂ ਦੇ ਵਿੱਚ ਜਿਹੜੇ ਉੱਪਰਲੇ ਬੈਠੇ ਨੇ ਉਹਨਾਂ 'ਚ ਨਹੀਂ, ਜਿਹੜੇ ਨੀਚਲੇ ਬੈਠੇ ਨੇ ਉਹਨਾਂ ਦੇ ਵਿੱਚ ਜਿਹੜਾ ਇੱਕ ਸ਼ੋਸ਼ਣ ਦੀ ਜਿਹੜਾ ਸੁਣਨ ਨੂੰ ਮਿਲਦਾ, ਜਾਂ ਫਿਰ ਔਰਤਾਂ ਜਿਹੜੀਆਂ ਉਹ ਦੱਬੀਆਂ ਨੱਪੀਆਂ ਮਹਿਸੂਸ ਕਰਦੀਆਂ ਨੇ, ਇਹਨੂੰ ਮੁਸਲਿਮ ਭਾਈਚਾਰਾ ਕਿਸ ਤਰ੍ਹਾਂ ਦੇਖਦਾ? ਦੇਖੋ ਏਦਾਂ ਹੈਗਾ ਕਿ ਤੁਸੀਂ ਟ੍ਰਿਪਲ ਤਲਾਕ ਦੀ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰ ਦੂੰ ਦਰਸ਼ਕਾਂ ਨੂੰ, ਦਰਸ਼ਕ ਜਿੰਨੇ ਵੀ ਹੈਗੇ ਆ, ਕਿ ਜਿਹੜਾ ਟ੍ਰਿਪਲ ਤਲਾਕ ਹੈ ਇੱਕੋ ਟਾਈਮ ਦੇ ਵਿੱਚ 3 ਵਾਰ ਤਲਾਕ 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 ਕਹਿਣ ਨਾਲ ਤਲਾਕ ਹੋ ਜਾਣਾ, ਇੱਕ ਜਿਹੜਾ ਕੋਰ ਸਾਡਾ ਜਿਹੜਾ ਰਿਲੀਜਨ ਹੈ ਉਹਦਾ ਪਾਰਟ ਨਹੀਂ ਹੈ।
कुरान ये कहता है अत-तलाक़ु मर्रतान, तलाक 2 बार है। एक बार तलाक देता, लेकिन कोशिश करो कि कोआर्डिनेशन हो जाए, दोबारा मेल जोल हो जाए। अगर फिर नहीं हुंदा तां दूसरी बार, अगर फिर नहीं हुंदा तां तीसरी बार। अलग अलग स्कॉलर्स दी अलग अलग राय है इहदे बारे। एक राय हैगी है कि जे इक्को बार 3 बार तलाक तलाक कह दिओ तां तलाक हो जांदा है। ਜਿਹੜਾ ਕਿ ਤਲਾਕ ਜਿਹੜਾ ਹੈਗਾ ਕੁਰਾਨ ਦੇ ਵਿੱਚ ਔਰ ਹਦੀਸ ਦੇ ਵਿੱਚ ਇਹਨੂੰ ਬਹੁਤ ਹੀ ਘਟੀਆ ਕਿਸਮ ਦੀ ਐਕਟੀਵਿਟੀ ਕਿਹਾ ਜਾਂਦਾ ਹੈ, ਲੇਕਿਨ ਅਲਾਉਡ ਹੈ। ਅਲਾਉਡ ਇਸ ਕਰਕੇ ਕੀਤਾ ਹੈ ਕਿ ਦੋ ਬੰਦੇ ਘੁੱਟਣ ਦੇ ਵਿੱਚ ਇੱਕ ਦੂਸਰੇ ਦੇ ਨਾਲ ਨਾ ਰਹਿਣ, ਹਸਬੈਂਡ ਤੇ ਵਾਈਫ, ਅਗਰ ਉਹ ਸੈਪਰੇਟ ਹੋਣਾ ਚਾਹੁੰਦੇ ਉਹ ਸੈਪਰੇਟ ਹੋ ਜਾਣ। ਔਰ ਉਹਦੇ ਵਿੱਚ ਇਹ ਵੀ ਹੈ ਕਿ ਜੇ ਸੈਪਰੇਟ ਹੋਵੇ ਤਾਂ ਹਸਬੈਂਡ ਵਾਈਫ ਨੂੰ ਕੁਝ ਦੇਵੇ। ਇਹ ਨਹੀਂ ਸਪੈਸੀਫਿਕਲੀ ਕੀਤਾ ਗਿਆ, ਇਹ ਕਿਹਾ ਵੀ ਜੈਨਰਸਲੀ ਦੇਣਾ ਚਾਹੀਦਾ। ਇਹ ਡਿਪੈਂਡ ਕਰਦਾ ਕਿ ਇਹਦੀ ਕਿੰਨੀ ਕੁ ਔਕਾਤ ਹੈ, ਕਿੰਨੇ ਕੁ ਉਹਦੇ ਕੋਲ ਕਿੰਨਾ ਕੁ ਪੈਸੇ ਹੈ ਜਾਂ ਕਿੰਨਾ ਕੁ ਪ੍ਰਾਪਰਟੀ ਹੈ। ਹੁਣ ਗੱਲ ਇਹ ਹੈਗੀ ਹੈ, ਪਹਿਲੇ 2 ਖਲੀਫਿਆਂ ਤੱਕ ਟ੍ਰਿਪਲ ਤਲਾਕ ਲੱਗ ਸੀਗਾ। ਬਾਅਦ ਦੇ ਵਿੱਚ ਇਹ ਇੱਕ ਅਜਮਾ ਹੁੰਦਾ, ਮੀਨਸ ਇੱਕ ਸਾਰਿਆਂ ਨੇ ਇਕੱਠੇ ਹੋ ਕੇ ਕਰ ਲਿਆ ਵੀ ਹਾਂ ਵੀ 3 ਵਾਰ ਤਲਾਕ ਕਹਿ ਦਿਓ ਤਾਂ ਤਲਾਕ ਹੋ ਜਾਂਦਾ। ਤੇ ਕਈ ਕੰਟਰੀਜ਼ ਨੇ ਇਸ ਚੀਜ਼ ਨੂੰ ਰੱਦ ਵੀ ਕਰਤਾ। ਕਈ ਕੰਟਰੀਜ਼ ਨੇ ਕਿਹਾ ਨਹੀਂ, ਟ੍ਰਿਪਲ ਤਲਾਕ ਅਲੱਗ-ਅਲੱਗ ਦਿਓ, ਅਲੱਗ-ਅਲੱਗ ਟਾਈਮ ਤੇ ਦਿਓ। ਫॉर एग्जांपल ਅੱਜ ਦੇਤਾ, ਕੋਸ਼ਿਸ਼ ਕਰੋ ਕਿ ਇਕੱਠੇ ਹੋ ਜਾਣ। ਦੂਸਰੀ ਵਾਰ ਫਿਰ ਇੱਕੋ ਵਾਰ 3 ਵਾਰ ਤਲਾਕ ਕਹਿਣਾ ਜਿਹੜਾ ਹੈਗਾ ਉਹ ਤਲਾਕ ਨਹੀਂ ਮੰਨਿਆ ਜਾਏਗਾ। ਕਈ ਕੰਟਰੀਜ਼ ਨੇ ਕੀਤਾ, ਇੱਥੇ ਚੱਲ ਰਿਹਾ ਸੀਗਾ। ਲੇਕਿਨ ਉਹਦੇ ਵਿੱਚ ਇਹ ਹੈਗਾ ਵੀ ਜਿਹੜਾ ਸਾਡਾ ਨਿਕਾਹਨਾਮਾ ਹੈ ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਤਰਮੀਮਾਂ ਕੀਤੀਆਂ ਗਈਆਂ ਪਿਛਲੇ ਕੁਝ ਸਮੇਂ ਦੇ ਵਿੱਚ। ਉਹਨੂੰ ਇੰਪਰੂਵ ਕੀਤਾ ਗਿਆ। ਲੇਕਿਨ ਅਗਰ ਗਵਰਨਮੈਂਟ ਇਹ ਕਹੇ ਕਿ ਵੀ ਤੁਸੀਂ ਸਾਰੇ ਜਣੇ ਬੈਠੋ, ਅਸੀਂ ਵੀ ਬੈਠਦੇ ਹਾਂ, ਆਪਾਂ ਇਹ ਇੱਕ ਪ੍ਰੈਕਟਿਸ ਹੈ ਜਿਹੜੀ ਕਿ ਗਲਤ ਹੈ, ਕਈ ਕੰਟਰੀ 'ਚ ਹੋ ਚੁੱਕੀ, ਤੇ ਆਪਾਂ ਬੈਠ ਕੇ ਇਹਦਾ ਕੋਈ ਹੱਲ ਕਰੀਏ। ਇਹ ਇੱਕ ਤਰੀਕਾ ਹੈਗਾ ਮੈਜੋਰਿਟੀ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦਾ। ਦੂਸਰਾ ਤਰੀਕਾ ਇਹ ਹੈਗਾ ਵੀ ਗੱਲ ਸੁਣੋ, ਏ ਟ੍ਰਿਪਲ ਤਲਾਕ ਅੱਜ ਤੋਂ ਬੰਦ, ਤੁਹਾਨੂੰ ਸਾਰਿਆਂ ਨੂੰ ਜੇਲ੍ਹਾਂ 'ਚ ਭੇਜ ਦਿਆਂਗੇ ਜੇ ਕੀਤਾ, ਕਿਉਂਕਿ ਸਾਡੇ ਕੋਲ ਮੈਜੋਰਿਟੀ ਹੈ ਔਰ ਸਾਡਾ ਇਹ ਪੋਲੀਟੀਕਲ ਏਜੰਡਾ ਹੈਗਾ। ਇਸ ਤਰੀਕੇ ਦੇ ਨਾਲ ਕੀਤਾ ਗਿਆ ਇੱਥੇ, ਜਿਹਦੀ ਵਜ੍ਹਾ ਕਰਕੇ ਰੋਸ ਹੋਇਆ। ਔਰ ਮੈਂ ਤੁਹਾਨੂੰ ਖੋਲ ਦੱਸਦਾ, ਟ੍ਰਿਪਲ ਤਲਾਕ ਦੀ ਸ਼ਰ੍ਹਾ ਮੁਸਲਮਾਨਾਂ ਦੇ ਵਿੱਚ ਬਹੁਤ ਹੀ ਮਾਮੂਲੀ ਹੈ, ਮੀਨਸ ਮਾਈਨਰ। ਮੇਰੀ ਇੰਨੀ ਉਮਰ ਹੋ ਗਈ, ਮੈਨੇ ਅੱਜ ਤੱਕ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਟ੍ਰਿਪਲ ਤਲਾਕ ਨਹੀਂ ਦੇਖਿਆ। 60 ਸਾਲ ਦੀ ਉਮਰ ਹੋ ਗਈ ਮੇਰੀ। ਦੈਟ ਮੀਨਸ ਕਿ ਬਹੁਤ ਹੀ ਰੇਅਰ ਕੇ, ਲੇਕਿਨ ਉਹ ਇੱਕ ਰੇਅਰ ਕੇਸ ਨੂੰ ਮੁੱਦਾ ਲੈ ਕੇ ਉਸ ਤੋਂ ਬਾਅਦ ਆਪਣੇ ਕਿਸੇ ਐਕਟਿਵਿਸਟ ਜਿਹੜੇ ਸੀਗੇ ਮੁਸਲਿਮ, ਉਹਨਾਂ ਨੂੰ ਕੋਰਟ ਦੇ ਵਿੱਚ ਭੇਜ ਕੇ ਇਹ ਸਾਰਾ ਕੁਝ ਕਰਵਾਇਆ ਗਿਆ। ਸਾਰਾ ਸਟੇਜ ਮੈਨੇਜਡ ਜਿਹੜਾ ਸੀਗਾ ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ ਵੀ ਇਹ ਕ੍ਰਿਮੀਨਲ ਐਕਟੀਵਿਟੀ ਨਹੀਂ ਹੈ, ਇਹ ਸਿਵਲ ਐਕਟੀਵਿਟੀ ਹੈ। ਜਿਹੜਾ ਲਾ ਕਹਿੰਦਾ ਵੀ ਕ੍ਰਿਮੀਨਲ ਐਕਟੀਵਿਟੀ ਹੈ, ਜੇਲ੍ਹ 'ਚ ਭੇਜ ਦਿਓ, ਉਹ ਸਾਰਾ ਜਿਹੜਾ ਹੈਗਾ ਉਹਦੇ ਪਰ ਕਮੈਂਟ ਕਰਨਾ ਠੀਕ ਨਹੀਂ ਹੈ, ਕਿਉਂਕਿ ਉਹ ਕੇਸ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ। ਲੇਕਿਨ ਜਿਹੜਾ ਟ੍ਰਿਪਲ ਤਲਾਕ ਹੈ ਉਹ ਬਹੁਤ ਹੀ ਰੇਅਰ ਐਕਟੀਵਿਟੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਹਿੰਦੂ ਸੁਸਾਇਟੀ ਦੇ ਵਿੱਚ ਜਿਹੜੀਆਂ ਕੁੜੀਆਂ ਹੈਗੀਆਂ ਦਹੇਜ ਪਿੱਛੇ ਕਿੰਨੀਆਂ ਮਾਰ ਦਿੱਤੀਆਂ ਜਾਂਦੀਆਂ, ਜਲਾ ਦਿੱਤੀਆਂ ਜਾਂਦੀਆਂ, ਆਪ ਰੋਜ਼ ਪੜ੍ਹਦੇ ਆ, ਚਾਹੇ ਬਹੁਤ ਘੱਟ ਹੈ ਉਹ। ਕਿਆ ਅਗਰ ਤੁਸੀਂ ਕਾਨੂੰਨ ਬਣਾ ਦਿਓਗੇ ਤਾਂ ਉਹ ਖਤਮ ਹੋ ਜਾਊਗਾ? ਕਿਆ ਟ੍ਰਿਪਲ ਤਲਾਕ ਜਿਹੜਾ ਹੈਗਾ ਅਗਰ ਤੁਸੀਂ ਕਾਨੂੰਨ ਬਣਾ ਦਿਓਗੇ ਤਾਂ ਖਤਮ ਹੋ ਜਾਊਗਾ? ਕਿਉਂਕਿ ਜਿਹੜਾ ਰਿਲੀਜਨ ਜਿਹੜੀ ਗੱਲ ਕਹਿੰਦਾ ਹੈ ਉਹਦੀ ਆਪਣੀ ਇੱਕ ਇੰਪੋਰਟੈਂਸ ਹੈ, ਮੰਨਣ ਵਾਲੇ ਵਾਸਤੇ ਆਪਣੀ ਇੱਕ ਪ੍ਰਾਥਮਿਕਤਾ ਉਹਨੂੰ ਮੰਨਣ ਵਾਲੇ ਵਾਸਤੇ। ਕਈ ਬੰਦੇ ਐਸੇ ਹੈਗੇ ਆ ਜਿਹੜੇ ਕਹਿਣਗੇ ਮੈਂ ਤਾਂ ਧਰਮ ਦੇ ਮੁਤਾਬਕ ਚੱਲੂਗਾ, ਲਾ ਜਿਹੜਾ ਹੈਗਾ ਕੁਛ ਮਰਜ਼ੀ ਕਰ ਰਿਹਾ, ਫਿਰ ਤੁਸੀਂ ਉਹਨੂੰ ਜੇਲ੍ਹਾਂ 'ਚ ਕਰੋਗੇ। ਜੇਲ੍ਹਾਂ 'ਚ ਆਲਰੇਡੀ ਡੱਕੀਆਂ ਪਈਆਂ ਨੇ, ਤੁਸੀਂ ਕਿੰਨਿਆਂ ਕੁ ਬੰਦਿਆਂ ਨੂੰ ਜੇਲ੍ਹਾਂ ਭੇਜ ਦਿਓਗੇ? ਤਾਂ ਇਹ ਜਿਹੜੇ ਇਸ਼ੂਜ਼ ਹੈ ਤੁਸੀਂ ਇਹ ਡਿਸਕਸ ਨਹੀਂ ਕੀਤੇ। ਤੁਸੀਂ ਸਿਰਫ ਇੱਕ ਲਿਆ ਕੇ ਥੋੜਾ ਮਾਰਤਾ ਅੱਜ ਤੋਂ ਇਹ ਬੰਦ, ਕਿਉਂਕਿ ਮੈਂ ਚਾਹੁੰਦਾ, ਕਿਉਂਕਿ ਮੇਰੇ ਕੋਲ ਮੈਜੋਰਿਟੀ ਹੈ। ਮੈਂ ਕਮਿਊਨਿਟੀ ਨੂੰ ਜੁੱਤੀ ਦੀ ਨੋਕ ਤੇ ਨਹੀਂ ਰੱਖਦਾ। ਪੂਰੀ ਕਮਿਊਨਿਟੀ ਨੂੰ, ਜਿਹੜੇ 15% 12% ਮੁਸਲਮਾਨ ਹੈ, ਉਹਨਾਂ ਨੂੰ ਮੈਂ ਜੁੱਤੀ ਦੀ ਨੋਕ ਤੇ ਨਹੀਂ ਰੱਖਦਾ, ਮੈਂ ਆਪਣੀ ਮਰਜ਼ੀ ਕਰੂੰਗਾ। ਅਗਰ ਤੁਸੀਂ ਇਸ ਤਰ੍ਹਾਂ ਕਿਸੇ ਕਮਿਊਨਿਟੀ ਦੇ ਬਾਰੇ ਫੈਸਲੇ ਕਰਨੇ ਆ ਤਾਂ ਉਹ ਤੁਹਾਡੀ ਮਰਜ਼ੀ ਹੈ। ਉਹਦੇ ਨਾਲ ਸਮਾਜ ਜਿਹੜਾ ਹੈਗਾ ਉਹ ਉਸ ਤਰੀਕੇ ਦੇ ਨਾਲ ਕੋਆਰਡੀਨੇਸ਼ਨ ਦੇ ਨਾਲ, ਭਾਈਚਾਰੇ ਦੇ ਨਾਲ ਨਹੀਂ ਚੱਲ ਸਕਦਾ। ਫਿਰ ਤਾਂ ਤੁਸੀਂ ਜਿਹੜੀ ਹੈਗੀ ਹੈ ਕਮਿਊਨਿਟੀਜ਼ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਹੈਗਾ ਉਹੀ ਕ੍ਰੀਏਟ ਕਰੋਗੇ, ਕੜਵਾਹਟ ਕ੍ਰੀਏਟ ਕਰੋਗੇ, ਜਿਹੜੀ ਕਿ ਉਹਨਾਂ ਨੂੰ ਸੂਟ ਕਰਦੀ ਹੈ।
ਉਹ ਕੜਵਾਹਟ ਸੂਟ ਕਰਦੀ ਹੈ, ਉਹਦੇ ਬੇਸ ਤੇ ਹੀ ਸਾਰੀ ਜਿਹੜੀ ਹੈਗੀ ਹੈ ਇਲੈਕਸ਼ਨ ਲੜੇ ਜਾ ਰਹੇ ਹੈ, ਜਿੱਤੇ ਜਾ ਰਹੇ ਹੈ, ਉਹ ਸਾਰਾ ਕੁਝ ਉਹਦੇ ਮੁਤਾਬਕ ਹੋ ਰਿਹਾ। ਪ੍ਰੋਫੈਸਰ ਕੀ 3 ਤਲਾਕ ਦੀ ਰਾਏ ਹੈ ਮੁਸਲਿਮ ਭਾਈਚਾਰੇ ਦੇ ਵਿੱਚ? ਕੀ ਜਿਹੜਾ ਮੁਸਲਿਮ ਪਰਸਨਲ ਲਾ ਬੋਰਡ ਹੈ ਉਹਦੇ ਵਿੱਚ ਵੀ ਕੋਈ ਕਮੀਆਂ ਨੇ ਜਿਹੜੀਆਂ ਦੂਰ ਕਰਨ ਦੀ ਲੋੜ ਹੈ, ਜਾਂ ਜਿਹਦੇ ਕਰਕੇ ਹੁਣ ਜੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ UCC ਲੈ ਕੇ ਆਉਣਾ ਹੈ, ਕਿ ਇਹਨੂੰ ਉਹਦੇ ਦਾਇਰੇ ਦੇ ਵਿੱਚ ਉਹਨਾਂ ਕਮੀਆਂ ਨੂੰ ਦੂਰ ਕਰਕੇ ਆ ਜਾਣਾ ਚਾਹੀਦਾ ਆ? ਇਹ ਵੱਖੋ ਵੱਖਰੇ, ਕਿਉਂਕਿ ਜੇ ਇੱਕ ਕਹਿੰਦੇ, ਕਈ ਇਹ ਗੱਲ ਕਹਿੰਦੇ ਨੇ ਕਿ ਜੇ ਇੱਕ ਲਾ ਬਣ ਜਾਏਗਾ ਫਿਰ ਸਾਰੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਉਹਦੇ ਤਹਿਤ ਹੋਏਗਾ, ਨਹੀਂ ਕਿ ਨਾ ਕਿ ਵੱਖੋ ਵੱਖਰੇ ਕਿਸੇ ਕੋਡ ਨੂੰ ਕਿੱਦਾਂ ਸਮਝਿਆ ਜਾਏ। ਹਾਂਜੀ, ਦੇਖੋ ਇਦਾਂ ਹੈ ਕਿ ਆਲਰੇਡੀ ਮੈਰਿਜ ਵਾਸਤੇ ਸਿਵਲ ਮੈਰਿਜ ਐਕਟ ਹੈ, ਜਿਹਨੇ ਸਿਵਲ ਮੈਰਿਜ ਐਕਟ ਦੇ ਮੁਤਾਬਕ ਮੈਰਿਜ ਕਰਵਾਉਣੀ ਹੈ ਕਰਵਾ ਲਵੇ, ਕੋਈ ਰੋਕ ਨਹੀਂ ਰਿਹਾ। ਲੇਕਿਨ ਜਿਹੜਾ ਕੋਈ ਨਿਕਾਹ ਕਰਵਾਉਣਾ ਚਾਹੁੰਦਾ ਹੈ, ਉਹਦੇ ਮੁਤਾਬਕ ਚੱਲਣਾ ਚਾਹੁੰਦਾ, ਉਹਨੂੰ ਉਹਦੇ ਮੁਤਾਬਕ ਚੱਲਣ ਦਿਓ। ਨਿਕਾਹ ਦੇਖੋ, ਮੈਰਿਜ ਫॉर ਐਗਜ਼ਾਮਪਲ, ਮੈਰਿਜ ਜਿਹੜੀ ਹੈਗੀ ਹੈ ਹਿੰਦੂ ਰਿਲੀਜਨ ਦੇ ਵਿੱਚ ਮੈਰਿਜ ਦਾ ਪਰਪਸ ਡਿਫਰੈਂਟ ਹੈ। ਹਿੰਦੂ ਰਿਲੀਜਨ ਦੇ ਵਿੱਚ ਮੈਰਿਜ ਇੱਕ ਜਨਮ ਜਨਮਾਂਤਰਾਂ ਦਾ ਰਿਸ਼ਤਾ ਹੈ, 7 ਜਨਮਾਂ ਦਾ ਰਿਸ਼ਤਾ ਹੈ। ਮੁਸਲਿਮ ਭਾਈਚਾਰੇ ਦੇ ਵਿੱਚ ਮੈਰਿਜ ਇੱਕ ਕੰਟਰੈਕਟ ਹੈ, ਦੋ ਬੰਦਿਆਂ ਦੇ ਵਿੱਚ, ਲੜਕੇ ਤੇ ਲੜਕੀ ਦੇ ਵਿੱਚ ਇੱਕ ਕੰਟਰੈਕਟ ਹੈ। ਉਹ ਕੰਟਰੈਕਟ ਤੋੜ ਸਕਦੇ ਆ, ਜਿਹਨੂੰ ਆਪਾਂ ਤਲਾਕ ਕਹਿੰਦੇ ਆ। ਹੁਣ ਤੁਸੀਂ ਦੱਸੋ ਦੋਨਾਂ ਚੀਜ਼ਾਂ ਨੂੰ ਇੱਕ ਜਗ੍ਹਾ ਕਿਵੇਂ ਲੈ ਕੇ ਆਉਂਗੇ? ਦੋਨਾਂ 'ਚ ਕਨਸੈਪਟ ਹੀ ਮੈਰਿਜ ਦਾ ਡਿਫਰੈਂਟ ਹੈ, ਹਿੰਦੂਇਜ਼ਮ ਦੇ ਵਿੱਚ ਤੇ ਇਸਲਾਮ ਦੇ ਵਿੱਚ। ਇਸੇ ਤਰੀਕੇ ਦੇ ਨਾਲ ਡਾਈਵੋਰਸ ਦੀ ਗੱਲ ਹੈ, ਇਸੇ ਤਰੀਕੇ ਦੇ ਨਾਲ ਪ੍ਰੋਪਰਟੀ ਦੇ ਬਟਵਾਰੇ ਦੀ ਗੱਲ ਹੈ। ਪ੍ਰੋਪਰਟੀ ਦਾ ਬਟਵਾਰਾ ਇੱਕ ਮੁਸਲਮਾਨ ਅਗਰ ਕਰੂਗਾ, ਉਹ ਦੇਖੂਗਾ ਕਿ ਕੁਰਾਨ ਦੇ ਵਿੱਚ ਕੀ ਲਿਖਿਆ ਹੋਇਆ। ਉਹ ਸਾਰੇ ਨੂੰ ਤੁਸੀਂ ਇੱਕ ਹਰ ਕਮਿਊਨਿਟੀ ਦੇ ਉੱਪਰ ਸੇਮ ਤਰੀਕੇ ਦੇ ਨਾਲ ਲਾਗੂ ਨਹੀਂ ਕਰ ਸਕਦੇ। ਬੋਰਾ ਕਮਿਊਨਿਟੀ ਹੈ, ਉਹਦੇ ਵਿੱਚ ਡਿਫਰੈਂਟ ਹੈ। ਫॉर ਐਗਜ਼ਾਮਪਲ ਇਸਮਾਈਲੀ ਬੋਰੇ ਜਿਹੜੇ ਖੋਜੇ ਮੁਸਲਮਾਨ ਹੈ, ਉਹਨਾਂ 'ਚ ਕਨਸੈਪਟ ਡਿਫਰੈਂਟ ਹੈ ਸਾਰੇ। ਉਹਨਾਂ ਨੂੰ ਵੀ ਤੁਸੀਂ ਮੈਂ ਉਹੀ ਕਹਿਣਾ ਵੀ ਸੁੰਨੀ, ਹਨਫੀ, ਬਰੇਲਵੀ, ਮਾਲਕੀ, ਦੇਰ ਆਰ ਡਿਫਰੈਂਟ ਕਿਸਮ ਦੇ ਜਿਹਨੂੰ ਕਹਿੰਦੇ ਆ ਸੋਚ ਹੈ, ਡਿਫਰੈਂਟ ਕਿਸਮ ਦੇ ਫਿਕੇ ਹੈ, ਡਿਫਰੈਂਟ ਕਿਸਮ ਦੇ ਇਮਾਮ ਹੈ ਜਿਨ੍ਹਾਂ ਨੂੰ ਮੁਸਲਿਮਸ ਫੋਲੋ ਕਰਦੇ ਹੈ, ਔਰ ਉਹਨਾਂ ਦੀਆਂ ਆਪਣੀਆਂ ਆਪਣੀਆਂ ਇੰਟਰਪ੍ਰੀਟੇਸ਼ਨਸ ਹੈ, ਕੁਰਾਨ ਦੀਆਂ ਵੀ, ਹਦੀਸ ਦੀਆਂ ਵੀ। ਤੇ ਇਸ ਕਰਕੇ ਉਹਨਾਂ ਸਾਰਿਆਂ ਨੂੰ ਇੱਕ ਦਾਇਰੇ 'ਚ ਲਿਆਣਾ ਬਹੁਤ ਵੱਡੀ ਭੁੱਲ ਹੋਊਗੀ, ਬਹੁਤ ਨਾਇਨਸਾਫੀ ਹੋਊਗੀ ਹਰ ਉਸ ਬੰਦੇ ਨਾਲ ਜਿਹੜਾ ਆਪਣੇ ਪਰਸਨਲ ਮੈਟਰ, ਆਪਣੇ ਪਰਸਨਲ ਰਿਲੀਜੀਅਸ ਫਰੀडम्स ਦਾ ਪਾਰਟ ਬਣਾ ਕੇ ਫੋਲੋ ਕਰਨਾ ਚਾਹੁੰਦਾ। ਜੀ, ਇੱਕ ਪ੍ਰੋਫੈਸਰ ਮੇਰੇ ਆ ਰਿਹਾ, ਇੱਕ ਮੁਸਲਿਮ ਭਾਈਚਾਰੇ ਦੇ ਕਿਸੇ ਇੱਕ ਫਿਰਕੇ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਬੀਤੇ ਕੁਝ ਦਿਨ ਪਹਿਲਾਂ ਜ਼ਿਕਰ ਕੀਤਾ ਸੀਗਾ ਇੱਕ ਰੈਲੀ ਦੇ ਵਿੱਚ ਕਿ ਅਸੀਂ ਤਾਂ ਉੱਥੇ ਤੱਕ ਪਹੁੰਚ ਕਰਨਾ ਚਾਹੁੰਦੇ ਆ ਜਿਨ੍ਹਾਂ ਨੂੰ ਨਹੀਂ ਕੋਈ ਸੁਣਦਾ, ਜਾਂ ਮੁਸਲਿਮ ਕਮਿਊਨਿਟੀ ਦੇ ਵਿੱਚ ਵੀ ਇਹੋ ਜਿਹੇ ਭਾਈਚਾਰੇ ਬੈਠੇ ਨੇ। ਦੇਖੋ ਇਦਾਂ, ਜਿਹੜੇ ਇਸਮਾਈਲੀ ਬੋਰਾਸ ਹੈਗੇ ਉਹਨਾਂ ਦੀ ਗੱਲ ਕੀਤੀ ਸੀ। ਹੁਣੀ ਜਿਹੜੇ ਇਜਿਪਟ ਗਏ ਥੇ ਮਿਸਟਰ ਮੋਦੀ, ਤਾਂ ਇਜਿਪਟ ਦੇ ਵਿੱਚ ਉਹ ਬੋਰਿਆਂ ਦੀ ਇੱਕ ਮਸਜਿਦ ਦੇ ਵਿੱਚ ਵੀ ਵਿਜ਼ਿਟ ਕੀਤਾ ਉਹਨਾਂ ਨੇ। ਇਹ ਇਸਮਾਈਲੀ ਬੋਰੇ ਜ਼ਿਆਦਾਤਰ ਬੰਬੇ ਜਾਂ ਆਪਣੇ ਗੁਜਰਾਤ ਦੇ ਇਲਾਕਿਆਂ ਦੇ ਵਿੱਚ ਰਹਿੰਦੇ ਆ। ਇਹ ਕਮਿਊਨਿਟੀ ਜਿਹੜੀ ਹੈਗੀ ਹੈ ਬਿਜ਼ਨਸ ਕਮਿਊਨਿਟੀ ਹੈ, ਲੇਕਿਨ ਇਹ ਮੁਸਲਿਮ ਮੇਨ ਸਟ੍ਰੀਮ ਦਾ ਪਾਰਟ ਨਹੀਂ ਹਨ। ਇਹ ਨਾ ਹਨਫੀ ਹੈ, ਨਾ ਬਰੇਲਵੀ ਹੈ, ਨਾ ਦਿਓਬੰਦੀ ਹੈ। ਇਹ ਉਹਨਾਂ ਨੂੰ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਉਹਨਾਂ ਤੱਕ ਜਾਣਾ ਚਾਹੁੰਦੇ ਹਾਂ। ਹੋਰ ਵੀ ਕਈ ਕਮਿਊਨਿਟੀਜ਼ ਹੈਗੀਆਂ ਜਿਹੜੀਆਂ ਕਿ ਮੁਸਲਮਾਨਾਂ ਦੇ ਵਿੱਚ ਬਹੁਤ ਮਾਈਨਰ ਹੈ ਇੰਡੀਆ ਦੇ ਵਿੱਚ, ਕਿਉਂਕਿ ਮੈਕਸਿਮਮ ਜਿਹੜੇ ਹੈਗੇ ਆ ਇੰਡੀਆ ਦੇ ਵਿੱਚ ਉਹ ਸੁੰਨੀ ਹੈ ਔਰ ਹਨਫੀ ਹੈ। ਉਸ ਤੋਂ ਬਾਅਦ ਦੂਸਰੇ ਨੰਬਰ ਤੇ ਸ਼ੀਆ ਆ ਜਾਂਦੇ ਆ, ਜਿਹੜੇ ਕਿ 12 ਤੋਂ 14 ਜਾਂ 15% ਹੈਗੇ ਮੁਸਲਿਮਸ ਦਾ। ਤੇ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਬੀਜੇਪੀ ਹਮੇਸ਼ਾ ਕਹਿੰਦੀ ਹੈ ਕਿ ਦੇਖੋ ਜੀ ਤੁਹਾਨੂੰ ਸਾਈਡਲਾਈਨ ਕੀਤਾ ਹੋਇਆ ਤਾਂ ਕਿ ਵੀ ਤੁਹਾਨੂੰ ਮੇਨ ਸਟ੍ਰੀਮ ਦੇ ਵਿੱਚ ਨਹੀਂ ਲਿਆਂਦਾ ਜਾਂਦਾ। ਉਹ ਇਸ ਕਰਕੇ ਹੈਗਾ, ਹਾਲਾਂਕਿ ਉਹ ਵੀ ਮੁਸਲਿਮ ਪਰਸਨਲ ਲਾ ਬੋਰਡ ਦਾ ਮੈਂਬਰ ਹੈ ਔਰ ਪਾਰਟ ਹੈ ਜਿਹੜੇ ਸ਼ੀਆ ਮੁਸਲਿਮਸ ਹੈ। ਇਹ ਬੋਰਿਆਂ ਦੀ ਗੱਲ ਪ੍ਰਧਾਨ ਮੰਤਰੀ ਨੇ ਕੀਤੀ ਸੀ। ਉਹ ਇਹ ਵੀ ਕਹਿੰਦੇ ਆ ਜੀ ਕਿ ਮੁਸਲਮਾਨਾਂ ਦੇ ਵਿੱਚ ਫਰਦਰ ਪੁਆੜਾ ਪਾਉਣ ਵਾਸਤੇ ਜਾਂ ਬਾਈਫਰਕੇਸ਼ਨ ਕਰਨ ਵਾਸਤੇ ਉਹ ਕਹਿੰਦੇ ਜੀ ਪਸਮਾਨਦਾ ਮੁਸਲਮਾਨ ਜਿਹੜੇ ਹੈਗੇ ਆ ਉਹਨਾਂ ਦੀ ਕੋਈ ਨਹੀਂ ਸੁਣਦਾ। ਪਸਮਾਨਦਾ ਮੁਸਲਮਾਨ ਕੌਣ ਹੈ? ਜਿਹੜੇ ਗਰੀਬ ਮੁਸਲਮਾਨ ਹੈ, ਜਿਹੜੇ ਕਿ ਗਰੀਬ ਕਮਿਊਨਿਟੀ ਦੇ ਵਿੱਚੋਂ ਇਸਲਾਮ ਦੇ ਵਿੱਚ ਆਏ, ਖਾਸ ਤੌਰ ਪਰ ਯੂਪੀ ਦੇ ਵਿੱਚ ਤੇ ਬਿਹਾਰ ਦੇ ਵਿੱਚ ਜਿਹੜੇ ਮੁਸਲਿਮਸ ਹੈਗੇ ਆ ਅੰਸਾਰੀ ਜਾਂ ਹੋਰ ਜਿਹੜੀਆਂ ਕੁਰੈਸ਼ੀ ਛੋਟੀਆਂ ਕਾਸਟਾਂ ਹੈਗੀਆਂ, ਜਿਹੜੇ ਕਿ ਜਿਸ ਵੇਲੇ ਹਿੰਦੂ ਸੀਗੇ ਉਸ ਵੇਲੇ ਉਹਨਾਂ ਦੇ ਪੂਰਵਜ
ਛੋਟੇ ਮੋਟੇ ਕੰਮ ਕਰਦੇ ਸੀਗੇ, ਉਹਨਾਂ ਕਮਿਊਨਿਟੀ ਦੇ ਵਿੱਚੋਂ ਆਏ ਆ। ਉਹਨਾਂ ਨੂੰ ਪਸਮਾਨਦਾ ਮੁਸਲਿਮ ਕਿਹਾ ਜਾਂਦਾ ਵੀ ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਹੁਣ ਇਸ ਵੇਲੇ ਬੀਜੇਪੀ ਚਾਹੁੰਦੀ ਹੈ ਪਸਮਾਨਾ ਮੁਸਲਮਾਨਾਂ ਨੂੰ ਅਪਰੋਚ ਕੀਤਾ ਜਾਵੇ, ਜੇ ਬਾਕੀ ਦੇ ਨਹੀਂ ਉਹ ਸਾਡੇ ਨਾਲ ਰਲਦੇ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਬੀਜੇਪੀ ਕਰਦੀ ਰਹਿੰਦੀ ਹੈ ਵੋਟ ਬੈਂਕ ਪੋਲਿਟਿਕਸ ਵਾਸਤੇ। ਇਹ ਸਿਰਫ ਔਰ ਸਿਰਫ ਪਿਓਰਲੀ ਪੋਲੀਟੀਕਲੀ ਮੋਟੀਵੇਟਡ ਚੀਜ਼ਾਂ ਹੈਗੀਆਂ। ਅਗਰ ਤੁਸੀਂ ਸੋਚੋ ਕਿ ਟ੍ਰਿਪਲ ਤਲਾਕ ਮੁਸਲਿਮ ਔਰਤਾਂ ਨੂੰ ਕੋਈ ਬਹੁਤ ਸਹੂਲਤ ਦੇਣ ਵਾਸਤੇ ਸੀਗਾ, ਇਹ ਬਿਲਕੁਲ ਝੂਠ ਹੈ ਔਰ ਗਲਤ ਗੱਲ ਹੈ। ਮੁਸਲਿਮ ਔਰਤਾਂ ਨੇ ਕਦੇ ਡਿਮਾਂਡ ਨਹੀਂ ਕੀਤਾ ਟ੍ਰਿਪਲ ਤਲਾਕ ਬੰਦ ਕੀਤਾ ਜਾਵੇ, ਬਲਕਿ ਟ੍ਰਿਪਲ ਤਲਾਕ ਦੇ ਹੱਕ ਦੇ ਵਿੱਚ ਮੁਸਲਿਮ ਔਰਤਾਂ ਨੇ ਔਰ ਸਾਡੀ ਜਿਹੜੀ ਇਸਲਾਮੀ ਫਿਕਾ ਹੈ ਉਹਨੂੰ ਬਚਾਉਣ ਵਾਸਤੇ ਰੈਲੀਆਂ ਕੱਢੀਆਂ। ਉਸ ਵੇਲੇ ਵੀ ਲੇਡੀਜ਼ ਨੇ ਰੈਲੀਆਂ ਕੱਢੀਆਂ। ਅਗਰ ਇੱਕ ਲੇਡੀ ਨੂੰ ਤੁਸੀਂ ਮੋਟੀਵੇਟ ਕਰਕੇ ਕੋਰਟ ਤੱਕ ਪਹੁੰਚਾਉਂਦੇ ਹੋ ਵੀ ਤੈਨੂੰ ਅਸੀਂ ਬੀਜੇਪੀ ਦੀ ਮੈਂਬਰਸ਼ਿਪ ਬਾਅਦ ਚ ਦੇ ਦਿਆਂਗੇ, ਕੋਈ ਬਾਅਦ ਦੇ ਵਿੱਚ ਕੋਈ ਥੋੜਾ ਮੋਟਾ ਅਹੁਦਾ ਦੇ ਦਿਆਂਗੇ, ਔਰ ਹੋਇਆ। ਉਹ ਲੇਡੀ ਜਿਹੜੀ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ 'ਚ ਗਈ ਸੀ, ਬਾਅਦ ਦੇ ਵਿੱਚ ਬੀਜੇਪੀ ਜੁਆਇਨ ਕੀਤੀ ਉਹਨੇ। ਉਹ ਇਸ ਕਰਕੇ ਸਾਰਾ ਕੁਝ ਕੀਤਾ ਜਾਂਦਾ ਹੈ। ਉਹ ਇੱਕ ਸਾਰਾ ਸਟੇਜ ਮੈਨੇਜਡ ਹੈ। ਉਹਨੂੰ ਇੱਕ ਪੋਲੀਟੀਕਲ ਰੰਗ ਦੇ ਕੇ ਕਮਿਊਨਿਟੀ ਨੂੰ ਬਦਨਾਮ ਕਰਕੇ ਉਸ ਤੋਂ ਬਾਅਦ ਇੱਕ ਆਪਣਾ ਜਿਹੜਾ ਪੋਲੀਟੀਕਲ ਏਜੰਡਾ ਹੈ ਉਹ ਸੈੱਟ ਕਰਨ ਵਾਸਤੇ ਕਾਨੂੰਨ ਬਣਾਤੇ ਜਾਣ। ਇਹ ਸਾਰਾ ਖੇਲ ਜਿਹੜਾ ਹੈਗਾ ਉਹ ਚੱਲ ਰਿਹਾ ਹੈ। ਅਗਰ ਇਹਦੇ ਵਿੱਚ ਸੋਚੋ ਕਿ ਬੀਜੇਪੀ ਜਾਂ ਪ੍ਰਧਾਨ ਮੰਤਰੀ ਜਾਂ ਹੋਰ ਕੋਈ ਮੁਸਲਮਾਨਾਂ ਦਾ ਬਹੁਤ ਬੜਾ ਹਤੈਸ਼ੀ ਹੋ ਗਿਆ, ਇਹ ਇੱਕ ਬਹੁਤ ਹੀ ਭੁਲੇਖੇ ਵਾਲੀ ਗੱਲ ਹੋਏਗੀ। ਪ੍ਰੋਫੈਸਰ ਮੈਂ ਨਾ ਥੋੜੇ ਦਿਨ ਅਸੀਂ BBC ਤੇ ਕਿ ਇੱਕ ਮੁਸਲਿਮ ਭਾਈਚਾਰੇ 'ਚ ਫਿਰਕਾ ਇਹੋ ਜਿਹਾ ਜਿਨ੍ਹਾਂ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਉਮਰ ਹੱਦ ਵੀ ਟੱਪ ਚੁੱਕੀਆਂ ਵਿਆਹ ਦੀਆਂ। ਕੋਈ ਉਮਰ ਹੱਦ ਰੱਖੀ ਗਈ ਹੈ ਸ਼ਾਇਦ 20 ਸਾਲ ਤੱਕ, ਉਹ ਵੀ ਜੇ ਸੋਹਣੀਆਂ ਹੋਣ ਤਾਂ ਉਹਨਾਂ ਦਾ ਵਿਆਹ ਹੁੰਦਾ। ਜੇ ਮੁੰਡੇ ਵਾਲੇ ਆਪ ਰਿਸ਼ਤਾ ਲੈ ਕੇ ਆਉਣ ਫਿਰ ਵਿਆਹ ਹੁੰਦਾ। ਕੁੜੀ ਵਾਲੇ ਰਿਸ਼ਤਾ ਲੱਭਣ ਨਹੀਂ ਜਾ ਸਕਦੇ, ਜਾਂ ਉਹਨਾਂ ਦੇ ਪਰਿਵਾਰਾਂ 'ਚ ਏਦਾਂ ਚੱਲਦਾ ਕਿ ਉਹ ਪਰਿਵਾਰ ਜਿਹੜੇ ਨੇ ਉਹਨਾਂ ਦੇ ਪਿਤਾ ਕਿਤੇ ਜਾ ਕੇ ਕਿਸੇ ਵਿਚੋਲੇ ਨੂੰ ਕੋਈ ਪੈਸੇ ਦਿੰਦੇ ਨੇ ਤੇ ਫਿਰ ਉਸ ਤੋਂ ਬਾਅਦ ਉਹ ਰਿਸ਼ਤਾ ਹੁੰਦਾ ਲੜਕੀ ਦਾ ਜਾਂ ਉਹਦੀ ਚੋਣ ਹੁੰਦੀ ਹੈ। ਇਸ ਤਰ੍ਹਾਂ ਦੀਆਂ ਬੜੀਆਂ ਸਮੱਸਿਆਵਾਂ ਮੈਂ ਉਹ ਪੜ੍ਹ ਰਿਹਾ ਸੀਗਾ ਪੂਰੀ ਉਹਨਾਂ ਦੀ ਸਟੋਰੀ ਕਿ ਉਹਨਾਂ ਨੂੰ ਇਸ ਕਿਸਮ ਦਾ ਇਹਦਾ ਮਤਲਬ ਸਾਹਮਣਾ ਕਰਨਾ ਪੈਂਦਾ। ਉਹ ਕੁਝ ਲੜਕੀਆਂ ਜਾਂ ਔਰਤਾਂ ਜਿਹੜੀਆਂ 55 60 ਸਾਲ ਦੀਆਂ ਹੋ ਗਈਆਂ ਉਹ ਆਪਣਾ ਦਰਦ ਬਿਆਨ ਕਰਦੀਆਂ ਉਸ ਸਟੋਰੀ ਦੇ ਵਿੱਚ ਕਿ ਸਾਨੂੰ ਪਤਾ ਹੈ ਕਿ ਸਾਡਾ ਵਿਆਹ ਨਹੀਂ ਹੋਇਆ, ਸਾਡੇ ਤੇ ਕੀ ਬੀਤ ਰਹੀ ਹੈ, ਅਸੀਂ ਵੀ ਵਿਆਹ ਕਰਵਾਉਣਾ ਚਾਹੁੰਦੀਆਂ ਸੀ ਪਰ ਸਾਡੇ ਫਿਰਕੇ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਉਹ ਨਿਯਮ ਕਾਨੂੰਨ ਜਿਹੜੇ ਨੇ ਉਹਦੇ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਦੇਖੋ ਏਦਾਂ ਹੈਗਾ ਕਿ ਇਹ ਕੋਈ ਪਾਰਟਿਕੂਲਰ ਏਰੀਏ ਦੀ ਕੋਈ ਪਾਰਟਿਕੂਲਰ ਛੋਟੀ ਕਮਿਊਨਿਟੀ ਹੋ ਸਕਦੀ ਹੈ ਜਿਹਦੇ ਵਿੱਚ ਕੋਈ ਇਸ ਤਰ੍ਹਾਂ ਦਾ। ਇਸਲਾਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ। ਇਸਲਾਮ ਦੇ ਵਿੱਚ ਇਸ ਤਰ੍ਹਾਂ ਦਾ ਨਾ ਕੋਈ ਫਿਰਕਾ। ਇਸਲਾਮ 'ਚ ਇਨਫੈਕਟ ਫਿਰਕਾ ਹੀ ਕੋਈ ਨਹੀਂ ਹੈ। ਇਹ ਬਾਅਦ ਦੇ ਵਿੱਚ ਜਿਹੜੇ ਫਿਰਕੇ ਬਣਾਏ ਆ ਇਹ ਇਹਨਾਂ ਨੇ ਬਣਾਏ ਆ ਜਿਹੜੇ ਸਕਾਲਰ ਸੀਗੇ। ਅਦਰਵਾਈਜ਼ ਇਸਲਾਮ ਜਿਹੜਾ ਹੈਗਾ ਉਹ ਦੋ ਚੀਜ਼ਾਂ ਦੇ ਉੱਪਰ ਖੜਾ ਹੈ, ਕੁਰਾਨ ਹੈ ਔਰ ਹਦੀਸ ਹੈ, ਜਿਹੜਾ ਕਿ ਸੋਰਸ ਹੈ ਹਰ ਚੀਜ਼ ਦਾ। ਫਿਰਕੇ ਫੁਰਕੇ ਨਾਂ ਦੀ ਕੋਈ ਚੀਜ਼ ਨਹੀਂ ਹੈ। ਫਿਰਕੇ ਲੋਕਾਂ ਨੇ ਬਣਾਏ ਹੋਏ ਹੈ, ਮੁਸਲਮਾਨਾਂ ਨੇ ਬਣਾਇਆ ਹੈ। ਜਿੱਥੋਂ ਜਿੱਥੋਂ ਮੁਸਲਮਾਨ ਕਨਵਰਟ ਹੁੰਦੇ ਚਲੇ ਗਏ, ਕਿਉਂਕਿ ਇਸਲਾਮ ਕੋਈ ਪਾਰਟਿਕੂਲਰ ਕਮਿਊਨਿਟੀ ਦਾ ਰਿਲੀਜਨ ਤਾਂ ਹੈ ਨਹੀਂ, ਇਟ ਇਜ਼ ਫॉर ਐਵਰੀਬਾਡੀ। ਤਾਂ ਜਿਹੜੇ ਕਨਵਰਟ ਹੁੰਦੇ ਚਲੇ ਜਾਏ ਉਹ ਕਈ ਵਾਰ ਆਪਣੀਆਂ ਟ੍ਰੈਡੀਸ਼ਨਸ ਵੀ ਨਾਲ ਲੈ ਕੇ ਆਏ। ਜਿਹੜੀਆਂ ਜਿਸ ਵੇਲੇ ਉਹ ਹੋਰ ਰਿਲੀਜਨਸ ਦੇ ਵਿੱਚ ਸੀਗੇ ਉਹਨਾਂ ਦੀਆਂ ਜੋ ਟ੍ਰੈਡੀਸ਼ਨਸ ਚੱਲ ਰਹੀਆਂ ਸੀਗੀਆਂ, ਕਈ ਵਾਰ ਉਹ ਟ੍ਰੈਡੀਸ਼ਨ ਵੀ ਨਾਲ ਲਿਆਏ ਔਰ ਧਰਮ ਦੇ ਰੂਪ ਦੇ ਵਿੱਚ ਉਹ ਇਸਲਾਮ 'ਚ ਆ ਗਏ। ਲੇਕਿਨ ਕਲਚਰਲੀ ਉਹ ਹੋ ਗਿਆ। ਜਿਵੇਂ ਕਿ ਜਿਹੜਾ ਪੰਜਾਬੀ ਮੁਸਲਮਾਨ ਹੈ, ਪੰਜਾਬੀ ਮੁਸਲਮਾਨ ਉਹ ਪੰਜਾਬੀ ਹਿੰਦੂ ਤੇ ਸਿੱਖ ਦੇ ਕਲਚਰਲੀ ਜ਼ਿਆਦਾ ਨੇੜੇ ਹੈ, ਰਿਲੀਜੀਅਸਲੀ ਚਾਹੇ ਨਾ ਹੋਵੇ। ਜਿਹੜਾ ਕੇਰਲਾ ਦਾ ਮੁਸਲਮਾਨ ਹੈ ਉਹ ਕੇਰਲਾ ਦੇ ਲੋਕਲ ਲੋਕਾਂ ਦਾ ਕਲਚਰ ਫੋਲੋ ਕਰੇਗਾ ਕਿਉਂਕਿ ਉਹ ਉਹਦੇ ਵਿੱਚੋਂ ਆਇਆ ਹੋਇਆ, ਉਹਦਾ ਹੀ ਪਾਰਟ ਹੈ, ਸਿਰਫ ਉਹਨੇ ਆਪਣਾ ਧਰਮ ਕਨਵਰਟ ਕੀਤਾ। ਤਾਂ ਇਸ ਕਰਕੇ ਕਲਚਰਲੀ ਅਲੱਗ-ਅਲੱਗ ਹੋ ਸਕਦਾ ਹੈ ਲੇਕਿਨ ਰਿਲੀਜਨ ਇੱਕ ਹੈ। ਹੁਣ ਮੈਂ ਇੱਕ ਪੰਜਾਬੀ ਮੁਸਲਮਾਨ ਹੋਣ ਦੇ ਨਾਤੇ ਅਸੀਂ ਜੋ ਪੰਜਾਬ ਦੇ ਵਿੱਚ ਰੀਤੀ ਰਿਵਾਜ ਹੈਗੇ ਆ ਉਹੀ ਚੀਜ਼ਾਂ ਮੈਕਸਿਮਮ ਫੋਲੋ ਕਰਦੀਆਂ। ਮੈਰਿजेस ਬਿਲਕੁਲ ਸੇਮ ਤਰੀਕੇ ਦੇ ਨਾਲ ਹੁੰਦੀਆਂ, ਸਿਰਫ ਇੰਨਾ ਹੈਗਾ ਉਧਰ ਲਾਵਾਂ ਹੋ ਗਿਆ ਉਧਰ ਨਿਕਾਹ ਹੋ ਗਿਆ। ਤਾਂ ਇਸ ਕਰਕੇ ਜਿਹੜਾ ਤੁਸੀਂ ਰੈਫਰ ਕਰ ਰਹੇ ਹੋ ਕਿਸੇ ਪਾਰਟਿਕੂਲਰ ਛੋਟੀ ਮੋਟੀ ਕਮਿਊਨਿਟੀ ਦਾ ਹੋਗਾ, ਲੇਕਿਨ ਮੇਨ ਸਟ੍ਰੀਮ ਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਮੇਨ ਸਟ੍ਰੀਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਪਾਈ ਜਾਂਦੀ ਕਿ ਜੀ ਇਸ ਤਰ੍ਹਾਂ ਹੋਏਗਾ ਤਾਂ ਰਿਸ਼ਤਾ ਆਏਗਾ ਵਗੈਰਾ। ਕਈ ਵਾਰ ਰਿਸ਼ਤੇ ਜਿਹੜੇ ਹੈਗੇ ਆ ਉਹ ਨਹੀਂ ਮਿਲਦੇ, ਅੱਛੇ ਰਿਸ਼ਤੇ ਨਹੀਂ ਮਿਲਦੇ। ਕਈ ਵਾਰ ਬੰਦੇ ਦੀਆਂ ਐਕਸਪੈਕਟੇਸ਼ਨਸ ਬਹੁਤ ਹੁੰਦੀਆਂ ਰਿਸ਼ਤੇ ਦੇ ਬਾਰੇ, ਲੇਕਿਨ ਉਸ ਤਰ੍ਹਾਂ ਦਾ ਰਿਸ਼ਤਾ ਨਹੀਂ ਮਿਲਦਾ। ਬੱਚੇ ਬੁੜੇ ਹੋ ਜਾਂਦੇ ਆ, ਬੱਚੇ ਅਨਮੈਰਿਡ ਰਹਿ ਜਾਂਦੇ ਆ। ਇਹ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਹੈ, ਸਿਰਫ ਮੁਸਲਮਾਨਾਂ ਦੇ ਵਿੱਚ ਹੀ ਨਹੀਂ ਹੈ, ਸਭ ਜਗ੍ਹਾ ਤੇ ਹੈ। ਲੇਕਿਨ ਜਿਹੜੀ ਮਾਈਨੋਰਿਟੀ ਹੁੰਦੀ ਹੈ ਉਹਨਾਂ ਕੋਲ ਘੱਟ ਹੁੰਦਾ ਹੈ ਆਪਣਾ ਦਾਇਰਾ,
ਜਿਹਦੇ ਵਿੱਚ ਕਈ ਵਾਰ ਰਿਸ਼ਤੇ ਲੱਭਣੇ ਵੀ ਔਖੇ ਹੁੰਦੇ ਆ। ਇਹ ਸਭ ਚੀਜ਼ਾਂ ਚੱਲਦੀਆਂ ਰਹਿੰਦੀਆਂ, ਲੇਕਿਨ ਇਹ ਸਾਡੀ ਸੋਸ਼ਲ ਇੰਜੀਨੀਅਰਿੰਗ ਦਾ ਪਾਰਟ ਹੈ, ਨਾ ਕਿ ਕੋਈ ਇਹ ਕਿਹਾ ਜਾਵੇ ਕਿ ਮੁਸਲਮਾਨਾਂ ਦੇ ਵਿੱਚ ਇਦਾਂ ਹੁੰਦਾ। ਇਹਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ। ਪ੍ਰੋਫੈਸਰ ਇਹੀ ਇਸੇ ਕਿਸਮ ਦੀ ਜਦੋਂ ਕੋਈ ਖਬਰ ਇਦਾਂ ਸਾਹਮਣੇ ਆਉਂਦੀ ਹੈ, ਫਿਰ ਉਹਦੇ ਤੇ ਸਿਆਸਤ ਹਾਵੀ ਹੁੰਦੀ ਹੈ ਕਿ ਕਿਉਂ ਨਾ ਫਿਰ ਇਹਨਾਂ ਨੂੰ ਵੀ ਲਾਭ ਦਿੱਤਾ ਜਾਵੇ। ਠੀਕ ਹੈ, ਉੱਥੋਂ ਹੀ ਫਿਰ ਯੂਸੀਸੀ ਉਹਦੀ ਵਜ੍ਹਾ ਮੇਨ ਇਹ ਹੈਗੀ ਹੈ ਕਿ ਲੋਕਾਂ ਦੇ ਵਿੱਚ ਇਸਲਾਮ ਦੇ ਬਾਰੇ ਨਾਂ ਦੇ ਬਰਾਬਰ ਸਮਝ ਹੈ, ਲੇਕਿਨ ਇਸਲਾਮ ਦੇ ਉੱਪਰ ਟਿੱਪਣੀ ਕਰਨ ਟੀਵੀ ਦੇ ਉੱਪਰ ਬੈਠ ਜਾਂਦੇ ਆ। ਉਹਨਾਂ ਨੂੰ ਬਿਲਕੁਲ ਸਮਝ ਨਹੀਂ ਹੈ ਇਸਲਾਮ ਦੀ, ਉਹਨਾਂ ਨੂੰ ਬਿਲਕੁਲ ਸਮਝ ਨਹੀਂ ਹੈ ਕੁਰਾਨ ਦੀ ਔਰ ਹਦੀਸ ਦੀ। ਕੁਰਾਨ ਦੇ ਵਿੱਚੋਂ ਇੱਕ ਲਾਈਨ ਚੱਕ ਕੇ ਨਾ ਉਹਨੂੰ ਨਚਾਈ ਫਿਰੀ ਜਾਣਗੇ ਆਪਣੇ ਉਹਦੇ ਉੱਪਰ, ਟੀਵੀ ਚੈਨਲਸ ਦੇ ਉੱਪਰ। ਉਹਦਾ ਕੰਟੈਕਸਟ ਕਦੇ ਨਹੀਂ ਦੇਖਦੇ, ਉਹਦੀ ਬੈਕਗਰਾਉਂਡ ਕਦੇ ਨਹੀਂ ਦੇਖਦੇ। ਇਸ ਕਰਕੇ ਮੈਂ ਕਦੇ ਵੀ ਕਿਸੇ ਧਰਮ ਦੇ ਉੱਪਰ ਕਮੈਂਟ ਨਹੀਂ ਕਰਦਾ, ਕਿਉਂਕਿ ਮੈਂ ਉਹਦੇ ਵਾਸਤੇ ਆਥੋਰਾਈਜ਼ਡ ਨਹੀਂ ਹਾਂ। ਉਹਦੇ ਵਾਸਤੇ ਆਥੋਰਾਈਜ਼ਡ ਉਹੀ ਵਿਅਕਤੀ ਹੈ ਜਿਹੜਾ ਉਹਦੀ ਪੂਰੀ ਸਮਝ ਰੱਖਦਾ ਹੈ। ਲੇਕਿਨ ਇਸਲਾਮ ਦੇ ਉੱਪਰ ਹਰ ਵਿਅਕਤੀ ਅੱਜ ਕੱਲ ਐਕਸਪਰਟ ਬਣਿਆ ਫਿਰਦਾ ਵਿਦਆਊਟ ਅੰਡਰਸਟੈਂਡਿੰਗ। ਇਸੇ ਕਰਕੇ ਜਦ ਕੋਈ ਵੀ, ਔਰ ਮਾਈਨੋਰਿਟੀ ਹਮੇਸ਼ਾ ਫੋਕਸ 'ਚ ਰਹਿੰਦੀ ਹੈ, ਸਪੌਟਲਾਈਟ ਦੇ ਵਿੱਚ ਹੁੰਦੀ ਹੈ ਮਾਈਨੋਰਿਟੀ ਹਮੇਸ਼ਾ, ਚਾਹੇ ਸਿੱਖ ਹੋਵੇ ਚਾਹੇ ਕ੍ਰਿਸਚੀਅਨ ਹੋਵੇ। ਤੁਹਾਡੇ ਹਿੰਦੂਜ਼ ਦੇ ਵਿੱਚ, ਸਿੱਖ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਮਾੜੀ ਜੀ ਕੋਈ ਗੱਲ ਹੋ ਜਾਵੇ, ਮੀਡੀਆ ਉਹਨਾਂ ਨੂੰ ਇੰਨਾ ਉਛਾਲ ਦੇਣਾ, ਉਹ ਕਹਿਣਗੇ ਵੀ ਇਹਨਾਂ ਦੇ ਤਾਂ ਹੁੰਦਾ ਹੀ ਏਦਾਂ, ਜਦ ਕਿ ਇਸ ਤਰ੍ਹਾਂ ਨਹੀਂ ਹੈ। ਇਹ ਚੀਜ਼ ਜਿਹੜੀ ਹੈਗੀ ਹੈ, ਇਸ ਚੀਜ਼ ਨੂੰ ਸਾਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਔਰ ਕਦੇ ਵੀ ਕਿਸੇ ਰਿਲੀਜੀਅਸ ਪ੍ਰੈਕਟਿਸ ਦੇ ਉੱਪਰ ਕਮੈਂਟਰੀ ਜਾਂ ਕਮੈਂਟ ਨਹੀਂ ਕਰਨਾ ਚਾਹੀਦਾ ਜਦ ਤੱਕ ਕਿ ਮੈਂ ਆਥੋਰਾਈਜ਼ਡ ਉਹਦਾ ਨਾ ਹੋਵਾਂ, ਜਦ ਤੱਕ ਮੈਨੂੰ ਉਹਦੀ ਪੂਰੀ ਸਮਝ ਨਾ ਹੋਵੇ। ਤਾਂ ਬੈਟਰ ਹੈ ਕਿ ਉਸ ਰਿਲੀਜਨ ਨੂੰ ਉੱਥੇ ਤੱਕ ਛੱਡ ਦਿੱਤਾ ਜਾਵੇ। ਇਸੇ ਤਰੀਕੇ ਦੇ ਨਾਲ ਜਿਹੜਾ ਮੁਸਲਿਮ ਪਰਸਨ ਲਾ ਦੀ ਗੱਲ ਕਰਦਾ ਹੈ, ਜਾਂ ਜਿਹੜਾ ਤਲਾਕ ਦੀ ਗੱਲ ਕਰਦਾ ਹੈ, ਜਾਂ ਹੋਰ ਜਿਹੜੀਆਂ ਮੁਸਲਿਮ ਪ੍ਰੈਕਟਿਸਿਸ ਹੈ, ਪਹਿਲਾਂ ਉਹਦੇ ਬਾਰੇ ਪੂਰੀ ਨੌਲੇਜ ਲਵੋ, ਫਿਰ ਕਮੈਂਟ ਕਰੋ। ਅਦਰਵਾਈਜ਼ ਸੁਣੀ ਸੁਣਾਈ ਗੱਲ ਦੇ ਉੱਪਰ ਕਮੈਂਟ ਕਰਨਾ ਜਿਹੜਾ ਹੈਗਾ, ਉਹ ਕੋਈ ਬਹੁਤ ਇੱਕ ਸਾਇੰਟਿਫਿਕ ਸਮਾਜ ਦੇ ਵਿੱਚ ਉਹ ਚੀਜ਼ ਠੀਕ ਨਹੀਂ ਹੈ। ਜੀ, ਮੈਂ ਨਾ ਇੱਕ ਨੈਸ਼ਨਲ ਦੇ ਉੱਤੇ ਇੱਕ ਮੁਸਲਿਮ ਭਾਈਚਾਰੇ ਦੇ ਕਿਸੇ ਜਥੇਬੰਦੀ ਦੇ ਹੈਡ ਸੀਗੇ, ਉਹਨਾਂ ਨੂੰ ਸੁਣ ਰਿਹਾ ਸੀ। ਉਹ ਕਹਿੰਦੇ ਕਿ ਜੇ ਯੂਸੀਸੀ ਲਾਗੂ ਹੁੰਦਾ ਹੈ ਤਾਂ ਮੁਸਲਮਾਨਾਂ ਨੂੰ 70 ਸਾਲ ਬਾਅਦ ਆਜ਼ਾਦੀ ਮਿਲ ਜਾਏਗੀ। ਉਹ ਇਹਨੂੰ ਬਹੁਤ ਵੱਡਾ ਬਣਾ ਕੇ ਪੇਸ਼ ਕਰ ਰਹੇ ਸੀ, ਜਦ ਕਿ ਵਿਚਾਰ ਨੇ ਕਿ ਵੱਖੋ ਵੱਖਰੇ ਮਿਲਦੇ ਨੇ, ਪਰ ਜਦੋਂ ਇਸ ਤਰ੍ਹਾਂ ਦੇ ਵਿਚਾਰ ਸਾਹਮਣੇ ਆਉਂਦੇ ਨੇ ਤਾਂ ਉਹ ਕੀ ਕਮਿਊਨਿਟੀ ਦੇ ਵਿੱਚ ਇਸ ਤਰੀਕੇ ਦਾ ਵਿਵਾਦ ਨਹੀਂ ਖੜਾ ਕਰਦੇ ਕਿ ਲੋਕ ਧੜਿਆਂ ਦੇ ਵਿੱਚ ਵੰਡੇ ਜਾਣਗੇ ਮੁਸਲਿਮ ਭਾਈਚਾਰੇ 'ਚ ਕਿ ਉਹ ਤਾਂ ਸਹੀ ਕਹਿ ਰਹੇ ਨੇ, ਹੁਣ ਗਲਤ ਜਾਂ ਸਹੀ ਕਿਹਨੂੰ ਮੰਨਿਆ ਜਾਵੇ ਇੱਥੇ? ਫਿਰ ਦੇਖੋ, ਏਦਾਂ ਹੈਗਾ ਕਿ ਗਲਤ ਔਰ ਸਹੀ ਮੰਨਿਆ ਜਾਊਗਾ ਜਿਹੜੇ ਕਿ ਮੁਸਲਿਮ ਜਥੇਬੰਦੀਆਂ ਦੇ ਰਿਪਰੈਜ਼ੈਂਟੇਟਿਵ ਹੈ, ਉਹਨਾਂ ਦਾ ਇਕੱਠਾ ਹੋ ਕੇ ਜੋ ਫੈਸਲਾ ਹੁੰਦਾ ਹੈ। ਮੈਂ ਆਪਣੇ ਇੰਡੀਵਿਜੂਅਲ ਲੈਵਲ ਤੇ ਕੁਝ ਵੀ ਕਹਿ ਦੇਵਾਂ, ਤੀਸਰਾ ਬੰਦਾ ਕੁਝ ਵੀ ਕਹਿ ਦੇਵੇ, ਉਹਦਾ ਕੋਈ ਮੀਨਿੰਗ ਹੈ। ਔਰ ਮੈਂ ਤੁਹਾਨੂੰ ਦੱਸਦਾ, ਇੰਡੀਆ ਦੇ ਵਿੱਚ ਉਹਨਾਂ ਲੋਕਾਂ ਦੀ ਕੋਈ ਘਾਟ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਕੋਈ ਪ੍ਰਲੋਭਨ ਦੇ ਕੇ ਜਾਂ ਡਰਾ ਕੇ ਆਪਣੇ ਵੱਲ ਕਰਕੇ ਕੁਝ ਮਰਜ਼ੀ ਕਹਵਾ ਲਵੋ ਔਰ ਉਸ ਤੋਂ ਬਾਅਦ ਸਾਰੀ ਕਮਿਊਨਿਟੀ ਨੂੰ ਬਦਨਾਮ ਕਰੋ। ਸਿੱਖਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬੜੇ ਹੈਗੇ ਆ ਜਿਹੜੇ ਕਿ ਸਰਕਾਰਾਂ ਦੇ ਪਿੱਠੂ ਬਣ ਕੇ ਸਿੱਖੀ ਨੂੰ ਜਾਂ ਸਿੱਖ ਰਿਲੀਜਨ ਨੂੰ ਬਹੁਤ ਨੁਕਸਾਨ ਪਹੁੰਚਾ ਚੁੱਕੇ ਆ। ਇਸੇ ਤਰੀਕੇ ਦੇ ਨਾਲ ਮੁਸਲਮਾਨਾਂ ਦੇ ਵਿੱਚ ਵੀ ਐਸੇ ਹੈਗੇ ਆ ਜਿਨ੍ਹਾਂ ਨੂੰ ਸਰਕਾਰ ਕੋਲ ਦੇਣ ਵਾਸਤੇ ਬਹੁਤ ਕੁਝ ਹੁੰਦਾ ਹੈ। ਕਿਸੇ ਨੂੰ ਗਵਰਨਰੀ ਦੇਤੀ, ਉਹ ਗਵਰਨਰੀ ਦੇਤੀ, ਉਹ ਕਹਿੰਦਾ ਮੈਂ ਤਾਂ ਛਾਲਾ ਮਾਰਦਾ ਫਿਰੂੰਗਾ, ਮੇਰੇ ਤੋਂ ਤਾਂ ਕੋਈ ਮਰਜ਼ੀ ਕਹਾ ਲਓ। ਉਹ ਜਾਂ ਕਿਸੇ ਨੂੰ ਹੋਰ ਕੋਈ ਉਹਦਾ ਦੇਤਾ। ਤਾਂ ਇਸ ਤਰ੍ਹਾਂ ਦੇ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਖਰੀਦ ਲਿੱਤਾ, ਜਿਹਨੂੰ ਆਪਾਂ ਕਹਿੰਦੇ ਖਰੀਦ ਲਿੱਤਾ ਜਾਂਦਾ ਹੈ, ਚਾਹੇ ਉਹ ਪ੍ਰਲੋਭਨ ਦੇ ਕੇ, ਚਾਹੇ ਡਰਾ ਕੇ, ਚਾਹੇ ਕੋਈ ਹੋਰ ਕੁਝ ਕਰਕੇ, ਔਰ ਉਹਨਾਂ ਤੋਂ ਕੁਝ ਮਰਜ਼ੀ ਕਹਾ ਲਿੱਤਾ ਜਾਂਦਾ। ਗੱਲ ਇਹ ਹੈ ਕੁਰਾਨ ਕੀ ਕਹਿੰਦਾ ਹੈ ਔਰ ਹਦੀਸ ਕੀ ਕਹਿੰਦੀ ਹੈ, ਉਹਦੇ ਮੁਤਾਬਕ ਸਾਨੇ ਤਾਂ ਚੱਲਣਾ ਹੈ। ਉਹਦੇ ਚ ਨਾ ਮੁਹੰਮਦ ਖਾਲਿਦ ਉਹਦੇ ਵਿੱਚ ਕੋਈ ਮਾਨੇ ਰੱਖਦਾ, ਨਾ ਹੋਰ ਕੋਈ ਵਿਅਕਤੀ ਕੋਈ ਮਾਨੇ ਰੱਖਦਾ। ਉਹ ਜਿਹੜੀ ਰਿਲੀਜੀਅਸ ਬੁੱਕਸ ਹੈ ਜਿਨ੍ਹਾਂ ਦੇ ਉੱਪਰ ਸਾਰਾ ਧਰਮ ਖੜਾ ਹੈ, ਉਹਨੂੰ ਬੇਸ ਮੰਨ ਕੇ ਜੋ ਉਹ ਕਹਿੰਦਾ ਉਹਦੇ ਮੁਤਾਬਕ ਕਰੋ, ਸਭ ਬੰਦੇ ਐਗਰੀ ਕਰਨਗੇ। ਬਿਲਕੁਲ ਬਿਲਕੁਲ ਸਹੀ ਗੱਲ। ਅੱਛਾ ਪ੍ਰੋਫੈਸਰ, ਇੱਕ ਹੋਰ ਇਹਦੇ ਵਿੱਚ ਸੀਗਾ ਕਿ ਜਦੋਂ ਅਸੀਂ ਹਿੰਦੂ ਕਮਿਊਨਿਟੀ ਜਾਂ ਬਹੁ ਗਿਣਤੀ ਦੀ ਗੱਲ ਕਰਦੇ ਹਾਂ ਕਿ ਉਹਨਾਂ ਦੇ ਲਈ ਇਹ ਕਿਸ ਤਰੀਕੇ ਨਾਲ ਵਰਦਾਨ ਜਾਂ ਸ਼ਰਾਪ ਸਾਬਤ ਹੋ ਸਕਦਾ ਹੈ। ਮੈਂ ਪੜ੍ਹ ਰਿਹਾ ਸੀਗਾ ਕਿ ਜਦੋਂ ਤੁਸੀਂ ਵਿਆਹ ਸੰਬੰਧੀ ਚਲੋ ਕਾਨੂੰਨ ਹੈ ਜਾਂ ਤਲਾਕ ਦੀ ਗੱਲ ਹੈ, ਜਾਂ ਗੋਆ ਦੇ ਵਿੱਚ ਜਿਵੇਂ ਯੂਸੀਸੀ ਲਾਗੂ ਹੋਇਆ ਉਹਨੂੰ ਲੈ ਕੇ ਵੀ ਮੈਂ ਸੰਜੇ ਸਿੰਘ ਹੋਰੀ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੂੰ ਸੁਣ ਰਿਹਾ ਸੀ। ਉਹ ਆਪਣੇ ਤਰੀਕੇ ਨਾਲ ਦੱਸ ਰਹੇ ਸੀ ਕਿ ਉੱਥੇ ਜੇ ਬੱਚਾ ਨਾ ਹੋਵੇ ਤਾਂ ਦੂਜਾ ਵਿਆਹ ਹਿੰਦੂ ਭਾਈ ਕਰ ਸਕਦਾ ਹੈ ਜਾਂ ਇਸ ਤਰ੍ਹਾਂ ਦੀ ਗੱਲ ਆ। ਕੀ ਉਹ ਕਹਿੰਦੇ ਕਿ ਹਿੰਦੂ ਕਮਿਊਨਿਟੀ ਇਸ ਨੂੰ ਇਜਾਜ਼ਤ ਦੇਗੀ? ਇਹਦੇ ਵਿੱਚ ਤਲਾਕ ਤੋਂ ਲੈ ਕੇ ਗੋਦ ਲੈਣ ਤੇ ਜ਼ਮੀਨ ਦੀ ਵੰਡ ਨੂੰ ਲੈ ਕੇ ਵੀ ਕਾਨੂੰਨ ਜਿਹੜਾ ਕਹਿੰਦੇ ਉਹਦੇ ਵਿੱਚ ਨਵਾਂ ਮਤਲਬ ਕਿ ਕੁਝ ਆ ਸਕਦਾ ਆ। ਕੀ ਮੰਨਦੇ ਹੋ ਕਿ ਕੀ ਵਾਕਈ ਇਹ ਹਿੰਦੂ ਭਾਈਚਾਰੇ ਨੂੰ ਇਸ ਕਿਸਮ ਦੀ ਸੱਟ ਲਾਉਂਦਾ, ਜਾਂ ਜਿਹੜੇ ਬਾਕੀ ਜਾਂ ਸਿੱਖ ਭਾਈਚਾਰੇ ਉਹਨਾਂ ਦੇ ਵਿੱਚ ਇਸ ਕਿਸਮ ਦੀ ਸੱਟ ਲਾਉਂਦਾ? ਥੋੜਾ ਜਿਹਾ ਜੇ ਇਹਦੇ ਬਾਰੇ ਤੁਸੀਂ ਦੱਸ ਸਕੋ ਤਾਂ। ਦੇਖੋ,
ਸਭ ਤੋਂ ਪਹਿਲੀ ਤਾਂ ਗੱਲ ਹੈਗੀ ਹੈ ਕਿ ਜਿਹੜਾ ਗੋਆ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਗੱਲ ਹੁੰਦੀ ਹੈ, ਉੱਥੇ ਬਿਲਕੁਲ ਡਿਫਰੈਂਟ ਕਮਿਊਨਿਟੀਜ਼ ਹੈ, ਉਹਨਾਂ ਦੇ ਡਿਫਰੈਂਟ ਪਰਸਨਲ ਲਾਜ਼ ਹੈ, ਉਹਨਾਂ ਵਿੱਚੋਂ ਕੁਝ ਨੂੰ ਕੱਢ ਕੇ ਜਿਵੇਂ ਹੈਗਾ ਇਕੱਠਾ ਕੀਤਾ, ਲੇਕਿਨ ਇਹ ਨਹੀਂ ਹੈ ਕਿ ਜ਼ਬਰਦਸਤੀ ਉਹ ਕੀਤਾ ਗਿਆ, ਨੰਬਰ 1। ਦੂਸਰੀ ਗੱਲ ਇਹ ਹੈਗੀ ਹੈ ਕਿ ਅਗਰ ਯੂਨੀਫਾਰਮ ਸਿਵਲ ਕੋਡ ਲਾਗੂ ਹੁੰਦਾ ਹੈ ਤਾਂ ਉਹਦੇ ਨਾਲ ਹਿੰਦੂਆਂ ਨੂੰ ਜਾਂ ਹਿੰਦੂ ਕਮਿਊਨਿਟੀ ਨੂੰ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੈ, ਬਲਕਿ ਉਹਦੇ ਵਿੱਚ ਇੰਨਾ ਫਾਇਦਾ ਜ਼ਰੂਰ ਹੈ, ਕੋਈ ਇੰਨਾ ਖੁਸ਼ ਹੋ ਸਕਦੇ ਆ ਕਿ ਦੇਖੋ ਮੋਦੀ ਸਾਹਿਬ ਨੇ ਮੁਸਲਮਾਨਾਂ ਨੂੰ ਇੱਕ ਹੋਰ ਸੱਟ ਮਾਰਤੀ, ਯੂਨੀਫਾਰਮ ਸਿਵਲ ਕੋਡ ਲਿਆਂਦਾ, ਜਿਹੜਾ ਕਿ ਪਿਛਲੇ 70 ਸਾਲ ਚ ਨਹੀਂ ਆਇਆ ਸੀਗਾ। ਉਹ ਇੱਕ ਇਲੈਕਸ਼ਨ ਦਾ ਤੁਸੀਂ ਉਹ ਬਣਾ ਲਓ। ਅਦਰਵਾਈਜ਼ ਅਗਰ ਤੁਸੀਂ ਕਹੋ ਕਿ ਇੱਕ ਕਾਮਨ ਹਿੰਦੂ ਇਹਦੇ ਨਾਲ ਕੰਸਰਨਡ ਹੈ, ਕਿਸੇ ਦਾ ਕੋਈ ਕੰਸਰਨ ਨਹੀਂ ਹੈ, ਸਿਰਫ ਜਿਹੜੀ ਭਗਤ ਕਮਿਊਨਿਟੀ ਹੈ ਉਹ ਇਸ ਚੀਜ਼ ਨੂੰ ਆਪਣਾ ਜਿਹੜਾ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਉਹਦੇ ਥਰੂ ਇਹਦਾ ਪ੍ਰੋਪੇਗੈਂਡਾ ਕਰਦੇ ਆ ਕਿ ਜੀ ਇੱਕ ਕਾਨੂੰਨ ਹੋ ਜਾਏਗਾ। ਹਾਲਾਂਕਿ ਇੱਕ ਕਾਨੂੰਨ ਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕਿਆ, ਨਾ ਇਹਦੀ ਫਿਜ਼ੀਬਿਲਿਟੀ ਹੈ, ਨਾ ਪ੍ਰੈਕਟੀਕੈਲਿਟੀ ਹੈ, ਨਾ ਕੋਈ ਇਹਦਾ ਫਾਇਦਾ ਹੈ। ਇੰਨਾ ਹੈ ਕਿ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਜਿਹੜੀ ਹੈਗੀ ਹੈ ਉਹਦੇ ਉੱਪਰ ਸੱਟ ਜ਼ਰੂਰ ਵੱਜੇਗੀ, ਲੇਕਿਨ ਹਿੰਦੂਆਂ ਨੂੰ ਇਹਦਾ ਕੋਈ ਕਿਸੇ ਕਿਸਮ ਦਾ ਫਾਇਦਾ ਨਹੀਂ ਹੈ, ਕਿਸੇ ਵੀ ਕਮਿਊਨਿਟੀ ਨੂੰ ਹੋਰ ਕੋਈ ਫਾਇਦਾ ਨਹੀਂ ਹੈ। ਨੰਬਰ 2, ਜਿਹੜੀਆਂ ਦੂਸਰੀਆਂ ਮਾਈਨੋਰਿਟੀਜ਼ ਹੈ ਜਿਵੇਂ ਕਿ SGPC ਵਗੈਰਾ ਨੇ ਤਾਂ ਆਲਰੇਡੀ ਕਹਿ ਦਿੱਤਾ ਕਿ ਸਾਨੂੰ ਯੂਨੀਫਾਰਮ ਸਿਵਲ ਕੋਡ ਨਹੀਂ ਚਾਹੀਦਾ। ਇਸੇ ਤਰੀਕੇ ਦੇ ਨਾਲ ਜਿਹੜੀਆਂ ਦੂਸਰੀਆਂ ਕਮਿਊਨਿਟੀਜ਼ ਹੈ ਉਹਨਾਂ ਨੂੰ ਵੀ ਉਹਨਾਂ ਦੇ ਵੀ ਹੱਕ ਦੇ ਵਿੱਚ ਇਹ ਨਹੀਂ ਹੈ, ਕਿਉਂਕਿ ਉਹਦੇ ਵਿੱਚ ਉਹਨਾਂ ਦੀ ਧਾਰਮਿਕ ਆਜ਼ਾਦੀ ਖੋਹ ਲਿੱਤੀ ਜਾਏਗੀ, ਜਿਸ ਤਰੀਕੇ ਦੇ ਨਾਲ ਉਹ ਆਪਣੇ ਪਰਸਨਲ ਮੈਟਰਸ ਨੂੰ ਆਪਣੇ ਰਿਲੀਜਨ ਦੇ ਮੁਤਾਬਕ ਕਰਨਾ ਚਾਹੁੰਦੇ ਆ। ਇਸ ਕਰਕੇ ਜਿਹੜੀਆਂ ਮਾਈਨੋਰਿਟੀਜ਼ ਹੈ ਉਹਨਾਂ ਵਾਸਤੇ ਡੈਫੀਨੇਟਲੀ ਜਗ੍ਹਾ ਤੰਗ ਕਰਨ ਵਾਲੀ ਗੱਲ ਹੈ ਇਸ ਦੇਸ਼ ਦੇ ਵਿੱਚ। ਜਿਹੜੀ ਮੈਜੋਰਿਟੀ ਹੈ ਉਹਨੂੰ ਉਹਦਾ ਫਾਇਦਾ ਕੋਈ ਨਹੀਂ ਹੈ, ਕਿਉਂਕਿ ਉਹਨਾਂ ਦਾ ਆਪਣਾ ਕਾਨੂੰਨ ਹੈ, ਹਿੰਦੂ ਕੋਡ ਬਿੱਲ ਹੈ ਜਾਂ ਦੂਸਰੇ ਕਾਨੂੰਨ ਹੈਗੇ ਆ, ਲਾਜ਼ ਹੈਗੇ ਆ ਪ੍ਰਾਪਰਟੀ ਦੇ, ਉਹਦੇ ਮੁਤਾਬਕ ਉਹ ਚੱਲ ਰਹੇ ਆ। ਮੁਸਲਮਾਨ ਆਪਣੇ ਮੁਤਾਬਕ ਚੱਲਣ, ਕ੍ਰਿਸਚੀਅਨ ਸਿੱਖ ਆਪਣੇ ਮੁਤਾਬਕ ਚੱਲਣ, ਤਾਂ ਬਲਕਿ ਉਹਦੇ ਨਾਲ ਜ਼ਿਆਦਾ ਕੋਆਰਡੀਨੇਸ਼ਨ ਹੈ ਸਮਾਜ ਦੇ ਵਿੱਚ, ਰਾਦਰ ਦੈਨ ਤੁਸੀਂ ਅੱਜ ਕੱਲ੍ਹ ਜਿਵੇਂ ਫੈਸ਼ਨ ਹੋ ਗਿਆ ਕਿ ਇੱਕ ਸੰਵਿਧਾਨ ਇੱਕ ਦੇਸ਼, ਇੱਕ ਲੈਂਗੁਏਜ ਇੱਕ ਦੇਸ਼, ਇੱਕ ਇਲੈਕਸ਼ਨ ਇੱਕ ਦੇਸ਼, ਉਹ ਜਿਹੜੀ ਚੀਜ਼ ਹੈ ਫਿਰ ਇਹੀ ਇੱਕ ਯੂਨੀਫਾਰਮ ਸਿਵਲ ਕੋਡ ਸਾਰੇ ਵਾਸਤੇ, ਉਹ ਉਸ ਚੀਜ਼ ਨੂੰ ਲੈ ਕੇ ਹੈ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਮੈਜੋਰਿਟੀ ਕਮਿਊਨਿਟੀ ਨੂੰ ਜਾਂ ਹਿੰਦੂਜ਼ ਨੂੰ ਇਹਦਾ ਕਿਸੇ ਤਰੀਕੇ ਦੇ ਨਾਲ ਵੀ ਕੋਈ ਫਾਇਦਾ। ਇੰਨਾ ਸਾਈਕੋਲੋਜੀਕਲੀ ਉਹ ਜ਼ਰੂਰ ਕਹਿ ਸਕਦਾ ਕਿ ਦੇਖੋ ਮੁਸਲਮਾਨਾਂ ਨੂੰ ਅਸੀਂ ਇੱਥੇ ਵੀ ਉਹ ਕਰ ਲਿਆ। ਬਿਲਕੁਲ ਮੇਰੇ ਕੋਲ ਮੈਜੋਰਿਟੀ ਹੈ ਜੀ। ਮੇਰਾ ਆਖਰੀ ਸਵਾਲ ਹੈ ਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਸਿਧਾਂਤਕ ਤੌਰ ਦੇ ਉੱਤੇ ਇਹਦੇ ਨਾਲ ਆ, ਪਰ ਉਹ ਇਹੀ ਗੱਲ ਹੈ ਜਿਵੇਂ ਕੇਜਰੀਵਾਲ ਸਾਹਿਬ ਪਹਿਲਾਂ ਵੀ ਕਹਿੰਦੇ ਆ ਰਹੇ, ਮੈਂ ਉਹਨਾਂ ਦੀ ਪੁਰਾਣੀਆਂ 2-4 ਸਾਲ ਪੁਰਾਣੀਆਂ ਵੀਡੀਓਜ਼ ਵੀ ਸੁਣ ਰਿਹਾ ਸੀ ਕਿ ਅਸੀਂ ਇਹਦੇ ਨਾਲ ਆ, ਪਰ ਇੱਕ ਵਾਰੀ ਲੈ ਕੇ ਤੇ ਆਓ, ਖਰੜਾ ਸਾਨੂੰ ਦਿਖਾਓ ਤੁਸੀਂ ਕਿ ਉਹਦੇ ਵਿੱਚ ਰੱਖਿਆ ਕੀ ਹੈ। ਜਿਵੇਂ ਤੁਸੀਂ ਕਿਹਾ ਕਿ ਮੁਸਲਿਮ ਕਮਿਊਨਿਟੀ ਨੂੰ ਭਰੋਸੇ ਦੇ ਵਿੱਚ ਲੈ ਕੇ ਕੀ ਮੰਨਣਾ ਹੈ ਕਿ ਕੀ ਸੋਧ ਕੋਈ ਇਹੋ ਜਿਹੀਆਂ ਸੋਧਾਂ ਕੀਤੀਆਂ ਜਾ ਸਕਦੀਆਂ, ਕਿ ਇਹੋ ਜਿਹੀ ਸੋਧ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਜੇ ਇਹਨੂੰ ਲਾਗੂ ਵੀ ਕਰਨਾ ਤਾਂ ਉਹ ਕਿਵੇਂ ਭਰੋਸੇ ਵਿੱਚ ਲਿਆ ਜਾ ਸਕਦਾ, ਨਹੀਂ ਤਾਂ ਕਿਤੇ ਉਹ ਗੱਲ ਨਾ ਹੋਵੇ ਜਿਵੇਂ CAA ਨੂੰ ਲੈ ਕੇ ਹੋਇਆ, ਜਾਂ ਇਸ ਸਮੇਂ ਦੇ ਵਿੱਚ ਕੋਈ ਦੰਗੇ ਜਾਂ ਫਸਾਦ ਜਾਂ ਕੋਈ ਇਹੋ ਜਿਹਾ ਕਿਸੇ ਚੀਜ਼ ਦਾ ਸਾਹਮਣਾ ਕਰਨਾ ਪਏ। ਹਾਲਾਂਕਿ ਜਿਹੜੇ ਮੁਸਲਿਮ ਭਾਈਚਾਰੇ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਆਇਆ ਕਿ ਇਹੋ ਜਿਹੀ ਕੋਈ ਗੱਲ ਨਹੀਂ, ਅਸੀਂ ਸਿਰਫ ਇਹਦਾ ਸਾਹਮਣਾ ਕਾਨੂੰਨੀ ਤੌਰ ਦੇ ਉੱਤੇ ਜਾਂ ਅਸੀਂ ਆਪਣੇ ਤਰੀਕੇ ਨਾਲ ਆਪਣੀ ਗੱਲ ਰੱਖਾਂਗੇ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਜਦੋਂ ਕੋਈ ਇਹੋ ਜਿਹੀ ਅੱਗ ਭੜਕਦੀ ਹੈ ਤਾਂ ਉਹਦੇ ਸਿੱਟੇ ਜਿਹੜੇ ਬੇਹੱਦ ਗੰਭੀਰ ਹੁੰਦੇ ਨੇ। ਇਹ ਨਾ ਹੋਵੇ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੁੜ ਕੇ ਕਹਿਣਾ ਪਵੇ ਕਿ ਸ਼ਾਇਦ ਮੇਰੀ ਤਪੱਸਿਆ ਦੇ ਵਿੱਚ ਕੋਈ ਕਮੀ ਰਹਿ ਗਈ ਸੀ। ਦੇਖੋ ਏਦਾਂ ਹੈਗਾ, ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਤੁਹਾਨੂੰ ਪਤਾ ਹੈ ਕਿ ਜਿਸ ਵੇਲੇ ਆਰਟੀਕਲ 370 ਨੂੰ ਖਤਮ ਕੀਤਾ ਗਿਆ, ਆਮ ਆਦਮੀ ਪਾਰਟੀ ਨੇ ਸਾਥ ਦਿੱਤਾ, ਕੰਗ੍ਰੈਚੁਲੇਟ ਕੀਤਾ। ਉਹ ਵੀ ਇੱਕ ਸੰਘਾਤਮਕ ਢਾਂਚੇ ਦੇ ਉੱਪਰ ਬਹੁਤ ਵੱਡੀ ਚੋਟ ਸੀਗੀ ਕਿ ਨਹੀਂ? ਲੇਕਿਨ ਜਦ ਤੁਹਾਡੇ ਅਗੇਂਸਟ ਉਹਨਾਂ ਨੇ ਆਰਡੀਨੈਂਸ ਕਰਤਾ, ਹੁਣ ਤੁਸੀਂ ਕੱਲੀ ਕੱਲੀ ਪਾਰਟੀ ਦੇ ਕੋਲ ਤੁਰੇ ਫਿਰਦੇ, ਦੇਖੋ ਜੀ ਸੰਘਾਤਮਕ ਢਾਂਚੇ ਦੇ ਉੱਪਰ ਚੋਟ ਹੈ, ਹੁਣ ਇਹਨੂੰ ਸਾਡਾ ਸਾਥ ਦਿਓ। ਯਾਨੀ ਇਹ ਡਬਲ ਸਟੈਂਡਰਡ ਨਹੀਂ ਚੱਲਣੇ। ਤੁਸੀਂ ਕਹੋ ਜੀ ਸਿਧਾਂਤਕ ਰੂਪ ਦੇ ਵਿੱਚ ਤਾਂ ਸਹੀ ਹੈ ਯੂਨੀਫਾਰਮ ਸਿਵਲ ਕੋਡ, ਲੇਕਿਨ ਅਦਰਵਾਈਜ਼ ਸਹੀ ਨਹੀਂ ਹੈ। ਕੀ ਮਤਲਬ ਹੋਇਆ ਇਹਦਾ? ਜਾਂ ਤੁਸੀਂ ਅਪੋਜ਼ ਕਰ ਰਹੇ ਹੋ ਜਾਂ ਤੁਸੀਂ ਸਪੋਰਟ ਕਰ ਰਹੇ ਹੋ। ਤੁਸੀਂ ਇੱਕ ਪੋਲੀਟੀਕਲ ਪਾਰਟੀ ਹੋ, ਤੁਸੀਂ ਇੱਕ ਰਿਸਪੌਂਸਿਬਲ ਢੰਗ ਦੇ ਨਾਲ ਇਹਦਾ ਰਿਸਪੌਂਸ ਦਿਓ ਕਿ ਵੀ ਉਹਦਾ ਸਟੱਡੀ ਕਰੋ। ਤੁਹਾਡੇ ਅੰਦਰ ਮੁਸਲਮਾਨ ਵਰਕਰ ਵੀ ਹੈ, ਮੁਸਲਮਾਨ ਲੀਡਰ ਵੀ ਹੈ। ਤੁਸੀਂ ਦਿੱਲੀ 'ਚ ਬੈਠੇ ਹੋ, ਦਿੱਲੀ ਦੇ ਵਿੱਚ ਹਰ ਤਰ੍ਹਾਂ ਦਾ ਆਲਮ ਫਾਜ਼ਲ ਦਿੱਲੀ ਦੇ ਵਿੱਚ ਬੈਠਾ, ਉਹਨਾਂ ਨਾਲ ਗੱਲ ਕਰੋ, ਉਸ ਤੋਂ ਬਾਅਦ ਆਪਣੇ ਕਿਸੇ ਕਨਕਲੂਜਨ ਤੇ ਪਹੁੰਚੋ। ਇਹ ਤਾਂ ਨਹੀਂ ਹੈ ਕਿ ਸਿਧਾਂਤਕ ਰੂਪ ਦੇ ਵਿੱਚ ਤਾਂ ਇਹ ਠੀਕ ਹੈ, ਪ੍ਰੈਕਟੀਕਲੀ ਠੀਕ ਨਹੀਂ ਹੋਊਗਾ ਜਾਂ ਪਤਾ ਨਹੀਂ ਹੋਏਗਾ ਜਾਂ ਨਹੀਂ ਹੋਏਗਾ। ਇਸ ਤਰ੍ਹਾਂ ਇਹ ਸ਼ੋਭਨਾ ਨਹੀਂ ਦਿੰਦਾ।
ਤੁਸੀਂ ਜਦ ਕੋਈ ਸਟੈਂਡ ਲੈਂਦੇ ਹੋ ਉਸ ਸਟੈਂਡ ਦੇ ਉੱਪਰ ਪਹਿਲਾਂ ਆਪਣਾ ਡਿਸਕਸ ਕਰੋ ਵਿਦਨ ਪਾਰਟੀ, ਐਕਸਪਰਟਸ ਦੀ ਰਾਏ ਲਵੋ, ਫਿਰ ਆਪਣੀ ਗੱਲ ਕਹੋ। ਮੈਂ ਤੁਹਾਨੂੰ ਸੰਘਾਤਮਕ ਢਾਂਚੇ ਦੀ ਗੱਲ ਕੀਤੀ ਹੈ, ਆਮ ਆਦਮੀ ਪਾਰਟੀ ਦਾ ਕੀ ਸਟੈਂਡ ਸੀਗਾ। ਔਰ ਮੋਰ ਓਵਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਅੰਨਾ ਹਜ਼ਾਰੇ ਦਾ ਅੰਦੋਲਨ ਸੀਗਾ, ਬੇਸ਼ੱਕ ਉਹ ਅੰਦੋਲਨ ਜਿਹਦੇ ਵਿੱਚੋਂ ਕੇਜਰੀਵਾਲ ਨਿਕਲੇ, ਬੇਸ਼ੱਕ ਉਹ ਅੰਦੋਲਨ ਜਿਹੜਾ ਸੀਗਾ ਉਹ ਐਂਟੀ ਕਰਪਸ਼ਨ ਮੂਵਮੈਂਟ ਚੋਂ ਨਿਕਲਿਆ ਸੀਗਾ, ਲੇਕਿਨ ਉਹਨੂੰ ਮੈਕਸਿਮਮ ਸਪੋਰਟ ਤਾਂ ਉਸ ਵੇਲੇ ਬੀਜੇਪੀ ਦੀ ਸੀਗੀ। ਜਿਹੜਾ ਉੱਥੇ ਨਫਰੀ ਇਕੱਠੀ ਹੁੰਦੀ ਸੀ ਉਹ ਸਾਰੀ ਮੈਕਸਿਮਮ ਬੀਜੇਪੀ ਆਪਣਾ ਕੇਡਰ ਭੇਜਦੀ ਸੀਗੀ, ਉਹਦੇ ਵਿੱਚੋਂ ਹੀ ਤਾਂ ਉਹਦੀ ਤਾਂ ਪ੍ਰੋਡਕਟ ਹੈਗੀ ਹੈ ਨਾ ਇਹ ਸਾਰਾ ਕੁਝ। ਇਸ ਕਰਕੇ ਕਈ ਚੀਜ਼ਾਂ ਦੇ ਉੱਪਰ ਇਹ ਕਲੀਅਰ ਕੱਟ ਆਪਣਾ ਸਟਾਂਸ ਨਹੀਂ ਲੈਣਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਫਾਇਦਾ ਹੋ ਗਿਆ। ਉਹ ਹਰ ਪਾਰਟੀ ਦੇਖਦੀ ਹੈ ਵੀ ਚਾਰੋਂ ਪਾਸੇ ਮੈਨੂੰ ਫਾਇਦਾ ਹੀ ਹੋਵੇ, ਨੁਕਸਾਨ ਨਾ ਕਿਤੇ ਹੋਵੇ ਵੋਟਾਂ ਦਾ। ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਆਮ ਆਦਮੀ ਪਾਰਟੀ ਕਿਉਂਕਿ ਨੈਸ਼ਨਲ ਪਾਰਟੀ ਹੈ, ਇਸ ਕਰਕੇ ਉਹਨੂੰ ਆਪਣਾ ਸਟੈਂਡ ਬਿਲਕੁਲ ਸਪਸ਼ਟ ਤੇ ਕਲੀਅਰ ਕਰਨਾ ਚਾਹੀਦਾ ਹੈ ਔਨ ਦਾ ਬੇਸਿਸ ਆਫ ਜੋ ਉਹ ਪਰਸੀਵ ਕਰਦੇ ਆ ਡਿਫਰੈਂਟ ਤਰੀਕੇ ਦੇ ਨਾਲ। ਇਹ ਨਹੀਂ ਕਿ ਤੁਸੀਂ ਅਸਮੰਜਸ ਦੀ ਸਥਿਤੀ 'ਚ ਖੁਦ ਵੀ ਰਹੋ ਔਰ ਜਨਤਾ ਨੂੰ ਵੀ ਰੱਖੋ। ਸ਼ੁਕਰੀਆ ਪ੍ਰੋਫੈਸਰ ਜੀ, ਥੈਂਕ ਯੂ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸਤਦਾਨ ਪ੍ਰੋਫੈਸਰ ਮੁਹੰਮਦ ਖਾਲਿਦ। ਚਰਚਾ ਕੀਤੀ ਅਸੀਂ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ। ਵੱਖ-ਵੱਖ ਫਿਰਕਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਸਹਿਮ ਜਿਹੜਾ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਭਾਈਚਾਰਕ ਸਾਂਝ ਜਾਂ ਸੱਭਿਆਚਾਰਕ ਜਾਂ ਧਾਰਮਿਕ ਰੋਹ ਰੀਤਾਂ ਦੇ ਉੱਤੇ ਇਹਦੇ ਨਾਲ ਸੱਟ ਵੱਜਣੀ ਹੈ। ਇਹਦੇ ਉੱਤੇ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।